ਵਾਹਿਗੁਰੂ ਜੀ। ਲੋਭ ਲਹਿਰ ਅਤ ਨੀਜਰ ਬਾਜੈ, ਕਾਇਆ ਡੂਬੈ ਕੇਸਵਾ। ਲੋਭ ਲਹਿਰ ਅਤ ਨੀਜਰ ਬਾਜੈ, ਕਾਇਆ ਡੂਬੈ ਕੇਸਵਾ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠੁਲਾ। ਰਹਾਉ ਅਨੁਲ ਬੇੜਾ ਹਉ ਖੇਵ ਨ ਸਾਕੋ, ਤੇਰਾ ਪਾਰ ਨ ਪਾਇਆ ਬੀਠੁਲਾ। ਉਹ ਦਇਆਲ ਸਤਿਗੁਰ ਮੇਲ ਤੂੰ ਮੋਕੋ, ਪਾਰ ਉਤਾਰੇ ਕੇਸਵਾ। ਨਾਮਾ ਕਹੈ ਹਉ ਤਰ ਪੀ ਨਾ ਜਾਨੋ, ਮੋਕੋ ਬਾਹਾਂ ਦੇ ਬੀਠੁਲਾ। ਉਹ ਦਇਆਲ ਸਤਿਗੁਰ ਮੇਲ ਤੂੰ ਮੋਕੋ, ਪਾਰ ਉਤਾਰੇ ਕੇਸਵਾ। ਨਾਮ ਕਹੈ ਹਉ ਤਰ ਪੀ ਨਾ ਜਾਨੋ, ਮੋਕੋ ਬਾਹਾਂ ਦੇ ਬੀਠੁਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ, ਬਾਣੀ ਦੇ ਬੋਹਿਤ ਅਤੇ ਬ੍ਰਹਮ ਗਿਆਨ ਦੇ ਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ, ਗੁਰਬਾਣੀ ਕੀਰਤਨ ਦੇ ਰਾਹੀਂ ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾ ਰਹੇ ਗੁਰੂ ਸਵਾਰੇ ਸਤਸੰਗੀ ਜਨੋ, ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਅੰਮ੍ਰਿਤ ਵੇਲੇ ਗੁਰੂ ਗੋਦ ਵਿੱਚ ਬੈਠਣ ਦਾ ਇਸ ਭਾਗ ਸਮਾਂ ਪ੍ਰਾਪਤ ਹੋਇਆ ਹੈ। ਗੁਰੂ ਕੇ ਕੀਰਤਨੀਆਂ ਨੇ ਬੜੇ ਪਿਆਰ ਨਾਲ ਗੁਰਬਾਣੀ ਕੀਰਤਨ ਆਪ ਜੀ ਨੂੰ ਸਰਵਣ ਕਰਾਇਆ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਆਪ ਜੀ ਹਰ ਰੋਜ਼ ਬੜੇ ਚਾਅ ਨਾਲ ਸਰਵਣ ਕਰਦੇ ਹੋ। ਉਸ ਦੇ ਨਾਲ ਸੰਬੰਧਿਤ ਇਹ ਪਾਵਨ ਅਮੋਲ ਬਚਨ ਸ਼੍ਰੀ ਮਨ ਭਗਤ ਨਾਮਦੇਵ ਜੀ ਦੇ ਉਚਾਰਨ ਕੀਤੇ ਹੋਏ ਆਪ ਜੀ ਸਰਵਣ ਕਰ ਰਹੇ ਸੀ। ਭਗਤ ਜੀ ਦੀ ਬਹੁਤ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹੈ। ਭਗਤ ਜੀ ਜਿਹੜੇ ਨਿਰੋਲ ਇੱਕ ਪਰਮ ਪਿਤਾ ਵਾਹਿਗੁਰੂ ਜੀ ਦੇ ਉਪਾਸ਼ਕ ਨੇ, ਜਿਨ੍ਹਾਂ ਨੇ ਕਰਮ ਕਾਂਡਾਂ ਤੋਂ ਉੱਚੇ ਉੱਠ ਕੇ ਗੁਰੂ ਕੇ ਗਿਆਨ ਰਾਹੀਂ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜਨ ਦੀ ਸਾਨੂੰ ਪ੍ਰੇਰਣਾ ਕੀਤੀ ਹੈ। ਗੁਰੂ ਸਾਹਿਬਾਨ ਨੇ ਪਰਉਪਕਾਰ ਕੀਤਾ ਹੈ। ਉਹਨਾਂ ਦੇ ਇਹ ਅਮੋਲ ਰਤਨਾਂ ਵਰਗੇ ਬਚਨ ਸਾਡੇ ਤੱਕ ਪਹੁੰਚਦੇ ਕਰ ਦਿੱਤੇ ਨੇ। ਅੱਜ ਦਾ ਇਹ ਮੁੱਖ ਵਾਕ ਭਗਤ ਜੀ ਦਾ ਜੋ ਬਸੰਤ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਭਗਤ ਜੀ ਨੇ ਇੱਥੇ ਮਨੁੱਖ ਦੀ ਹਾਲਤ ਬਿਆਨ ਕੀਤੀ ਹੈ ਕਿ ਦੁਨੀਆ ਵਿੱਚ ਆ ਕੇ ਮਨੁੱਖ ਔਗਣਾ ਵਿਕਾਰਾਂ 'ਚ ਪੈ ਕੇ ਇਸ ਸੰਸਾਰ ਸਮੁੰਦਰ 'ਚ ਡੁੱਬ ਜਾਂਦਾ ਹੈ। ਸੰਸਾਰ ਨੂੰ ਸਮੁੰਦਰ ਦੇ ਨਾਲ ਤੁਲਨਾ ਦਿੱਤੀ ਹੈ। ਦੇਖੋ, ਸਮੁੰਦਰ ਨਾਲ ਤੁਲਨਾ ਦਿੱਤੀ ਹੈ। ਸਮੁੰਦਰ 'ਚ ਲਹਿਰਾਂ ਹੁੰਦੀਆਂ ਨੇ, ਤੂਫਾਨ ਉੱਠਦੇ ਨੇ, ਬੇੜੇ ਸਮੁੰਦਰ 'ਚ ਡੁੱਬਦੇ ਨੇ। ਪਰ ਜੇ ਕਿਤੇ ਕਿਸੇ ਨੂੰ ਸਮੁੰਦਰ ਦੀ ਥਾਂ ਦਾ ਪਤਾ ਲੱਗ ਜਾਏ, ਸਮੁੰਦਰ 'ਚੋਂ ਹੀ ਅਮੋਲ ਮਿੱਤੀ ਵੀ ਮਿਲਦੇ ਨੇ। ਬੜੀਆਂ ਬੜੀਆਂ ਕੀਮਤੀ ਵਸਤੂਆਂ ਵੀ ਸਮੁੰਦਰ ਵਿੱਚ ਹੀ ਨੇ। ਇਸ ਕਰਕੇ ਸਤਿਗੁਰੂ ਜੀ ਨੇ ਸਾਡੇ ਜੀਵਨ ਦੀ ਜੋ ਮਾਨਸਿਕ ਕਮਜ਼ੋਰੀ ਹੈ ਉਸ ਦਾ ਜ਼ਿਕਰ ਕਰਦੇ ਆ ਕਿ ਅਸੀਂ ਤੇ ਵਿਕਾਰਾਂ ਦੇ ਢਏ ਹੋਏ ਸਮੁੰਦਰ ਵਿੱਚ ਡੁੱਬਦੇ ਹੀ ਚਲੇ ਜਾਂਦੇ ਹਾਂ, ਬਜਾਏ ਕਿ ਇਹਦੇ ਵਿੱਚ ਅਸੀਂ ਨਿਰਲੇਪ ਰਹਿਣ ਦੀ ਜਾਚ ਸਿੱਖਦੇ। ਸਮੁੰਦਰ ਮਾੜਾ ਨਹੀਂ ਹੈ, ਸਮੁੰਦਰ ਤਾਂ ਉੱਤਮ ਹੈ, ਸੰਸਾਰ ਮਾੜਾ ਨਹੀਂ ਹੈ। ਪਰ ਸਾਡੀ ਬਿਰਤੀ ਜੋ ਬਣ ਗਈ ਹੈ, ਉਸ ਦੇ ਰਾਹੀਂ ਇਸ ਸੰਸਾਰ ਵਿੱਚ ਅਸੀਂ ਡੁੱਬਣ ਦਾ ਕਾਰਨ ਬਣ ਰਹੇ ਹਾਂ। ਗੁਰਬਾਣੀ ਵਿੱਚ ਬੇਅੰਤ ਥਾਵਾਂ ਤੇ ਇਸ ਸਮੁੰਦਰ ਦੀ ਚਰਚਾ ਕੀਤੀ ਗਈ ਹੈ। ਗੁਰੂ ਅਰਜਨ ਦੇਵ ਜੀ ਦੇ ਬੜੇ ਪਿਆਰ ਭਿੰਨੇ ਬਚਨ ਹਰ ਰੋਜ਼ ਅਸੀਂ ਸਰਵਣ ਕਰਦੇ। ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ।
ਜਿਸੇ ਜਗਾਏ ਪਿਆਵੇ ਇਹ ਰਸ ਅਕਥ ਕਥਾ ਤਿਨ ਜਾਨੀ। ਇਹ ਸੰਸਾਰ ਜਿਹਦੇ 'ਚ ਵਿਕਾਰ ਨੇ, ਜਿਹਦੇ 'ਚ ਅਨੇਕ ਤਰ੍ਹਾਂ ਦੇ ਭਰਮ ਨੇ, ਸੰਸੇ ਨੇ, ਮਨੁੱਖ ਇਹਨਾਂ ਵਿੱਚ ਡੁੱਬ ਰਿਹਾ ਹੈ। ਹਰ ਮਨੁੱਖ ਦੀ ਚਿੰਤਾ ਜਿਹੜੀ ਉਹ ਆਪਾਂ ਦੇਖਦੇ ਔਗਣਾਂ ਦੇ ਵਿੱਚ, ਬੁਰਾਈਆਂ ਦੇ ਵਿੱਚ ਖਚਤ ਹੈ। ਡੁੱਬਣ ਦਾ ਅਰਥ ਹੈ ਕਿ ਖਚਤ ਹੋ ਗਏ ਆਪਾਂ। ਤੇ ਸਤਿਗੁਰੂ ਜੀ ਕਹਿੰਦੇ ਇਹਦੇ ਵਿੱਚੋਂ ਬ੍ਰਹਮ ਨੂੰ ਜਾਣਨ ਵਾਲੇ ਪਾਰ ਉਤਰ ਜਾਂਦੇ ਨੇ। ਉਹ ਇਵੇਂ ਪਾਰ ਉਤਰਦੇ ਨੇ ਜਿਵੇਂ ਮੁਰਗਾਬੀ ਪਾਣੀ 'ਚ ਰਹਿ ਕੇ ਵੀ ਨਿਰਲੇਪ ਰਹਿੰਦੀ ਹੈ, ਜਿਵੇਂ ਕਮਲ ਪਾਣੀ 'ਚ ਰਹਿ ਕੇ ਵੀ ਪਾਣੀ ਤੋਂ ਉੱਚਾ ਉੱਠਿਆ ਰਹਿੰਦਾ ਹੈ। ਸਤਿਗੁਰੂ ਸਾਹਿਬ ਜੀ ਨੇ, ਗੁਰੂ ਰਾਮਦਾਸ ਜੀ ਮਹਾਰਾਜ ਨੇ ਮਾਰੂ ਰਾਗ ਦੀ ਵਾਰ ਵਿੱਚ ਇੱਕ ਥਾਂ ਤੇ ਬੜਾ ਪਵਿੱਤਰ ਸ਼ਲੋਕ ਸਾਨੂੰ ਬਖਸ਼ਿਸ਼ ਕੀਤਾ ਹੈ। ਜਿਹਦੇ ਅੰਦਰ ਕਹਿੰਦੇ ਨੇ ਕਿ ਸਾਗਰ ਦੇਖੋ ਡਰ ਮਰੂੰ, ਭੈ ਤੇਰੇ ਡਰ ਨਾਹੀਂ। ਉਹ ਬੰਦਾ ਨਵਾਂ ਸਮੁੰਦਰ ਦੇ ਕੰਢੇ ਤੇ ਜਾਏ ਨਾ ਪਹਿਲੀ ਵੇਰਾ, ਜਦੋਂ ਦੇਖਦਾ ਹੈ ਅਥਾਹ ਪਾਣੀ ਹੈ, ਦੂਰ ਤੱਕ ਪਾਣੀ ਪਾਣੀ, ਬੇਅੰਤ ਪਾਣੀ ਹੈ। ਤੇ ਜਦੋਂ ਵੱਡੀਆਂ ਵੱਡੀਆਂ ਠੇਲਾਂ, ਵੱਡੀਆਂ ਵੱਡੀਆਂ ਤਰੰਗਾਂ ਉੱਠਦੀਆਂ ਨੇ ਸਮੁੰਦਰ ਦੀਆਂ ਕੰਢਿਆਂ ਵੱਲ ਨੂੰ, ਨਵਾਂ ਬੰਦਾ ਡਰ ਜਾਂਦਾ। ਜਦੋਂ ਮਨੁੱਖ ਦੀ ਨਜ਼ਰ ਇਸ ਸੰਸਾਰ ਵੱਲ ਪੈਂਦੀ ਹੈ, ਬੰਦਾ ਸੋਚਦਾ ਕਿ ਸੰਸਾਰ ਦੁੱਖਾਂ ਦਾ ਘਰ ਹੀ ਹੈ। ਬਹੁਤ ਸਾਰੇ ਲੋਕ ਇਹ ਸਭ ਕੁਝ ਨੂੰ ਦੇਖ ਕੇ ਤੇ ਸੰਸਾਰ ਤੋਂ ਭੱਜ ਬੈਠੇ, ਜੰਗਲਾਂ 'ਚ ਚਲੇ ਗਏ, ਪਹਾੜਾਂ ਤੇ ਚਲੇ ਗਏ ਕਿ ਇਹ ਸੰਸਾਰ ਤੇ ਦੁੱਖਾਂ ਦਾ ਕਾਰਨ ਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਵਾਹਿਗੁਰੂ ਸਾਗਰ ਦੇਖੋ ਡਰ ਮਰੂੰ, ਭੈ ਤੇਰੇ ਡਰ ਨਾਹੀਂ। ਜਦੋਂ ਤੇ ਮੈਂ ਸਮੁੰਦਰ ਨੂੰ ਦੇਖਦਾ ਹਾਂ, ਸਮੁੰਦਰ ਦੀਆਂ ਲਹਿਰਾਂ ਨੂੰ ਦੇਖਦਾ ਹਾਂ, ਘੁੰਮਣ ਘੇਰੀਆਂ ਨੂੰ, ਝੱਖੜ ਚੱਲਦੇ ਜੋ ਦੇਖਦਾ ਹਾਂ, ਤੇ ਉਹਦੇ ਅੰਦਰ ਡਰ ਪੈਦਾ ਹੁੰਦਾ ਹੈ। ਪਰ ਜਦੋਂ ਤੇਰੇ ਡਰ ਚਾਹੁੰਦਾ ਹਾਂ, ਜਦੋਂ ਤੇਰੇ ਪਿਆਰ ਚਾਹੁੰਦਾ ਹਾਂ, ਫਿਰ ਮੈਨੂੰ ਕੋਈ ਡਰ ਨਹੀਂ ਹੈ। ਜਦੋਂ ਪਰਮਾਤਮਾ ਨਾਲ ਹੈ ਫਿਰ ਕੋਈ ਡਰ ਨਹੀਂ। ਸਤਿਗੁਰੂ ਸਾਹਿਬ ਜੀ ਕਹਿੰਦੇ ਸਮੁੰਦਰ 'ਚ ਆਏ ਆ, ਇੱਥੇ ਤੇ ਤੂਫਾਨ ਆਉਣੇ ਹੀ ਆਉਣੇ ਨੇ। ਇਹ ਕੁਦਰਤ ਦਾ ਇੱਕ ਨਿਯਮ ਹੈ ਕਿ ਸਮੁੰਦਰ 'ਚ ਤੂਫਾਨ ਆਉਣੇ ਨੇ, ਸਮੁੰਦਰ 'ਚ ਲਹਿਰਾਂ ਉੱਠਣੀਆਂ ਨੇ। ਇਹ ਨਹੀਂ ਹੈ ਕਿ ਸਾਡੇ ਕਰਕੇ ਸਮੁੰਦਰ ਦੀਆਂ ਲਹਿਰਾਂ ਹੀ ਬੰਦ ਹੋ ਜਾਣ, ਇਹ ਨਹੀਂ ਹੈ। ਜੇ ਸਾਨੂੰ ਤਰਨਾ ਨਹੀਂ ਆਉਂਦਾ ਤੇ ਕਹੋ ਜੀ ਸਮੁੰਦਰ ਦੀਆਂ ਲਹਿਰਾਂ ਬੰਦ ਹੋ ਜਾਣ, ਇਹ ਨਹੀਂ ਹੋ ਸਕਦਾ। ਦੁਨੀਆ 'ਚ ਆਏ ਆ, ਇੱਥੇ ਦੁੱਖ ਵੀ ਨੇ, ਇੱਥੇ ਬੁਰਾਈਆਂ ਵੀ ਨੇ, ਇੱਥੇ ਸਭ ਕੁਝ ਹੋਣਾ ਹੀ ਹੋਣਾ। ਇਹ ਤੇ ਵਾਹਿਗੁਰੂ ਜੀ ਨੇ ਬਣਾਇਆ, ਬਹੁਤ ਵਧੀਆ ਬਣਾਇਆ। ਤੇ ਅਸੀਂ ਕਹੀਏ ਕਿਤੇ ਇਹ ਨਾ ਹੁੰਦਾ ਤੇ ਫਿਰ ਦੁਨੀਆ ਬੜੀ ਵਧੀਆ ਸੀ। ਹਰ ਬੰਦਾ ਆਪਣੀ ਵਰਗੀ ਦੁਨੀਆ ਬਣਾਉਣਾ ਚਾਹੁੰਦਾ ਹੈ। ਹਰ ਬੰਦੇ ਦੀ ਦੁਨੀਆ, ਹਰ ਬੰਦੇ ਦਾ ਸੰਸਾਰ ਉਹਦੀ ਦ੍ਰਿਸ਼ਟੀ ਅਨੁਸਾਰ ਹੀ ਹੈ। ਜਿਹੋ ਜੀ ਤੁਹਾਡੀ ਦ੍ਰਿਸ਼ਟੀ ਹੈ ਉਹੋ ਜੀ ਤੁਹਾਡੀ ਸ੍ਰਿਸ਼ਟੀ ਹੈ। ਇਸ ਕਰਕੇ ਸਤਿਗੁਰੂ ਜੀ ਨੇ ਸਾਡੀ ਦ੍ਰਿਸ਼ਟੀ ਇਹੋ ਜਿਹੀ ਬਣਾਈ ਹੈ ਕਿ ਸਭ ਭਲਾ ਹੀ ਹੈ ਜੋ ਪ੍ਰਮਾਤਮਾ ਨੇ ਬਣਾ ਦਿੱਤਾ। ਦੇਖੋ ਗੁਰੂ ਕੇ ਕਿੰਨੇ ਪਿਆਰੇ ਬਚਨ ਨੇ। ਆਪਾਂ ਅੰਮ੍ਰਿਤ ਵੇਲੇ ਸਤਿਗੁਰੂ ਨਾਨਕ ਸਾਹਿਬ ਜੀ ਦੇ ਇਹ ਪਾਵਨ ਬੋਲ ਚੇਤੇ ਕਰਦੇ, ਅਸੰਖ ਜਪ ਅਸੰਖ ਭਾਓ, ਸੰਖ ਪੂਜਾ ਸੰਖ ਤਪਤਾਓ, ਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ। ਇਸ ਦੁਨੀਆ 'ਚ ਅਸੰਖਾਂ ਜਪ ਕਰਨ ਵਾਲੇ, ਤਪ ਕਰਨ ਵਾਲੇ, ਪਾਠ ਕਰਨ ਵਾਲੇ, ਸੇਵਾ ਕਰਨ ਵਾਲੇ, ਸਿਮਰਨ ਕਰਨ ਵਾਲੇ, ਹੋਰ ਧਰਮ ਕਰਮ ਕਰਨ ਵਾਲੇ ਅਸੰਖਾਂ ਹੀ ਨੇ, ਬੇਅੰਤ ਹੀ ਨੇ। ਤੇ ਸਤਿਗੁਰੂ ਜੀ ਕਹਿੰਦੇ ਸਾਹਿਬ ਜੀ ਜੋ ਤੁਧ ਭਾਵੇ ਸਾਈ ਭਲੀ ਕਾਰ। ਇਹ ਜੋ ਤੁਸੀਂ ਕੀਤਾ ਬਹੁਤ ਵਧੀਆ ਹੈ। ਫਿਰ ਕਹਿੰਦੇ ਅਸੰਖ ਮੂਰਖ ਅੰਧਕੋਰ, ਸੰਖ ਚੋਰ ਹਰਾਮ ਖੋਰ, ਸੰਖ ਅਮਰ ਕਰ ਜਾਏ ਜੋਰ, ਅਸੰਖ ਗਲ ਵਡ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ। ਅਸੰਖਾਂ ਨੇ ਲੋਕਾਂ ਦੇ ਗਲ ਵੱਢਣ ਵਾਲੇ, ਅਸੰਖਾਂ ਨੇ ਝੂਠ ਬੋਲਣ ਵਾਲੇ, ਸੰਖਾਂ ਨੇ ਪਾਪ ਕਰਨ ਵਾਲੇ, ਚੁਗਲੀ, ਨਿੰਦਾ, ਬੁਰਾਈਆਂ, ਪਤਾ ਨਹੀਂ ਔਗਣ ਕੁਕਰਮ ਕਰਨ ਵਾਲੇ ਕਿੰਨੇ ਕੁ ਨੇ ਦੁਨੀਆ ਦੇ ਅੰਦਰ। ਜੋ ਤੁਸੀਂ ਦੇਖੋਗੇ, ਤੁਸੀਂ ਕੀ ਦੇਖਣਾ ਹੈ ਤੁਹਾਡੇ ਤੇ ਨਿਰਭਰ ਕਰਦਾ ਹੈ। ਤੁਸੀਂ ਜੋ ਚਾਹੋਗੇ ਤੁਹਾਨੂੰ ਦੁਨੀਆ 'ਚੋਂ ਮਿਲ ਜਾਏਗਾ। ਜੋ ਦੇਖੋਗੇ ਉਹ ਦਿਸਣਾ ਸ਼ੁਰੂ ਹੋ ਜਾਏਗਾ। ਜੋ ਕੁਝ ਤੁਹਾਡੇ ਅੰਦਰ ਹੋਏਗਾ ਉਹ ਤੁਹਾਨੂੰ ਬਾਹਰ ਦਿਸਣਾ ਸ਼ੁਰੂ ਹੋ ਜਾਏਗਾ। ਤੇ ਸਤਿਗੁਰੂ ਜੀ ਨੇ ਇੱਥੇ ਵੀ ਨਹੀਂ ਕਿਹਾ ਕਿ ਗਲ ਵੱਢਣ ਵਾਲੇ ਮਾੜੇ ਨੇ। ਇੱਥੇ ਵੀ ਨਹੀਂ ਕਿਹਾ ਕਿ ਸਤਿਗੁਰੂ ਜੀ ਨੇ ਕਿ ਨਿੰਦਾ ਚੁਗਲੀ ਕਰਨ ਵਾਲੇ ਤੁਸੀਂ ਮਾੜੇ ਬਣਾਏ, ਕਿਤੇ ਨਾ ਬਣਾਉਂਦੇ। ਇੱਥੇ ਵੀ ਕਿਹਾ ਜੋ ਤੁਧ ਭਾਵੈ ਸਾਈ ਭਲੀ ਕਾਰ। ਵਾਹਿਗੁਰੂ ਜੋ ਤੁਸੀਂ ਬਣਾਇਆ ਨਾ, ਜੋ ਤੁਹਾਨੂੰ ਚੰਗਾ ਲੱਗਦਾ ਬਹੁਤ ਵਧੀਆ। ਪਰਮਾਤਮਾ ਨੇ ਜੋ ਕੁਝ ਬਣਾਇਆ ਉਹ ਬਹੁਤ ਵਧੀਆ। ਫੁੱਲ ਵੀ ਬਣਾਏ ਨੇ, ਫੁੱਲ ਦੇ ਨਾਲ ਕੰਡੇ ਵੀ ਬਣਾਏ ਹੋਏ ਨੇ, ਉਹ ਵਧੀਆ। ਕੰਡੇ ਰਾਖੀ ਦੇ ਲਈ ਨੇ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਸਮੁੰਦਰ ਹੈ, ਇਹਦੇ 'ਚ ਲਹਿਰਾਂ ਉੱਠਣੀਆਂ, ਝੱਖੜ ਆਉਣੇ ਨੇ। ਪਰ ਜੇ ਅਸੀਂ ਗੁਰੂ ਰਾਹੀਂ ਪ੍ਰਮਾਤਮਾ ਦੇ ਪਿਆਰ ਵਿੱਚ ਜੁੜੇ ਹੋਵਾਂਗੇ, ਇਹ ਲਹਿਰਾਂ ਸਾਨੂੰ ਡੋਬ ਨਹੀਂ ਸਕਣਗੀਆਂ। ਇਹ ਲਹਿਰਾਂ ਸਾਡੇ ਤੇ ਪ੍ਰਭਾਵ ਨਹੀਂ ਪਾ ਸਕਣਗੀਆਂ। ਗੁਰੂ ਸਾਹਿਬ ਜੀ ਦਾ ਬਚਨ ਪੜ੍ਹਦੇ, ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਰਪੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ। ਬੰਦਾ ਬੜੇ ਦੁੱਖ ਚੜ ਕੇ ਆ ਜਾਣ ਪਰ ਦੁੱਖਾਂ ਵਿੱਚ ਵੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੇ।
ਸਾਨੂੰ ਗੁਰੂ ਸਾਹਿਬ ਜੀ ਨੇ ਦੁੱਖਾਂ ਤੋਂ ਭੱਜਣ ਦੀ ਗੱਲ ਨਹੀਂ ਕਹੀ ਕਿ ਦੁੱਖ ਆ ਗਏ ਤੇ ਹੁਣ ਤੁਸੀਂ ਹੱਥ ਜੋੜੋ ਵਾਹਿਗੁਰੂ ਜੀ ਇਹ ਬਲਾ ਟਲ ਜਾਏ, ਇਹ ਦੁੱਖ ਟਲ ਜਾਏ। ਅਸੀਂ ਜਦੋਂ ਆਪਣੇ ਗੁਰਸਿੱਖਾਂ ਮਹਾਂਪੁਰਖਾਂ ਸ਼ਹੀਦਾਂ ਦਾ ਇਤਿਹਾਸ ਪੜ੍ਹਦੇ ਹਾਂ, ਕਿਹੜਾ ਦੁੱਖ ਨਹੀਂ ਉਹਨਾਂ ਦੀ ਜ਼ਿੰਦਗੀ 'ਚ ਆਇਆ। ਕਿਸੇ ਨੂੰ ਕਤਲਗਾਹ 'ਚ ਬਿਠਾ ਕੇ ਬੰਦ ਕੱਟ ਦੇਣਾ ਕੋਈ ਮਾਮੂਲੀ ਗੱਲ ਹੈ, ਕਿਸੇ ਨੂੰ ਆਰੇ ਨਾਲ ਚੀਰ ਦੇਣਾ, ਕਿਸੇ ਨੂੰ ਦੇਗ 'ਚੋਂ ਬਾਲ ਦੇਣਾ। ਉਹਨਾਂ ਤੇ ਇਹ ਨਹੀਂ ਕਿਹਾ ਕਿ ਮਹਾਰਾਜ ਸਾਨੂੰ ਬਚਾ ਲਓ, ਅਸੀਂ ਬਚਣਾ ਚਾਹੁੰਦੇ ਹਾਂ। ਉਹਨਾਂ ਇੱਕੋ ਇੱਕ ਗੱਲ ਕੀ ਕਿ ਤੇਰੇ ਚਰਨਾਂ ਦਾ ਪਿਆਰ ਨਹੀਂ ਭੁੱਲਣਾ ਚਾਹੀਦਾ, ਤੇਰੇ ਚਰਨਾਂ ਨਾਲੋਂ ਸੁਰਤ ਨਹੀਂ ਟੁੱਟਣੀ ਚਾਹੀਦੀ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਇੱਥੇ ਝੱਖੜ ਝੁੱਲਣੇ ਹੀ ਝੁੱਲਣੇ ਨੇ, ਤੇ ਇਹਨਾਂ ਝੱਖੜਾਂ ਦੇ ਵਿੱਚੋਂ ਜੇ ਅਸੀਂ ਨਿਰਲੇਪ ਰਹਿਣਾ ਚਾਹੁੰਦੇ, ਜੇ ਇਹਨਾਂ ਝੱਖੜਾਂ 'ਚ ਅਸੀਂ ਡੁੱਬਣ ਤੋਂ ਬਚਣਾ ਚਾਹੁੰਦੇ ਹਾਂ, ਫਿਰ ਇੱਕੋ ਇੱਕ ਤਰੀਕਾ ਭੈ ਤੇਰੇ ਡਰ ਨਹੀਂ। ਵਾਹਿਗੁਰੂ ਜੀ ਜਦੋਂ ਤੇਰੇ ਭੈ 'ਚ ਆ ਜਾਂਦੇ ਆ ਨਾ, ਫਿਰ ਸਾਨੂੰ ਕੋਈ ਡਰ ਨਹੀਂ। ਜਦੋਂ ਤੇਰੇ ਅਦਬ 'ਚ ਆ ਜਾਂਦੇ ਉਦੋਂ ਕੋਈ ਡਰ ਨਹੀਂ। ਸਤਿਗੁਰੂ ਜੀ ਦਾ ਬਚਨ ਕਿ ਝਾੜ ਝੱਖੜ ਉਹ ਹਾੜ ਲਹਿਰੀ ਵਹਿਨ ਲਖੇ ਸਰੀ। ਇਸ ਦੁਨਿਆਵੀ ਸਮੁੰਦਰ 'ਚ ਝੱਖੜ ਝੁੱਲ ਰਹੇ ਨੇ ਵਿਕਾਰਾਂ ਦੇ, ਮਾਇਆ ਦੀਆਂ ਲਹਿਰਾਂ ਛੱਲਾਂ ਉੱਠ ਰਹੀਆਂ ਨੇ, ਅਨੇਕ ਤਰ੍ਹਾਂ ਦੀਆਂ ਅਗਿਆਨਤਾ ਵਿਦਿਆ ਦੀਆਂ ਚਟਾਨਾਂ ਸਾਡੀ ਜ਼ਿੰਦਗੀ ਦੀ ਮਾਮੂਲੀ ਜੀ ਬੇੜੀ ਨੂੰ ਡੋਬਣ ਲਈ ਬੜੀਆਂ ਤਤਪਰ ਨੇ। ਪਰ ਸਾਹਿਬ ਕਹਿੰਦੇ ਸਤਿਗੁਰ ਸਿਉ ਆਲਾਏ ਬੇੜੇ ਡੁੱਬਣ ਨਾਹੀਂ ਪਾਓ। ਉਹ ਗੁਰੂ ਦੇ ਚਰਨਾਂ ਨਾਲ ਜੁੜ ਜਾਓ, ਗੁਰੂ ਦੇ ਰਾਹੀਂ ਪ੍ਰਮਾਤਮਾ ਦੇ ਭਉ 'ਚ ਆ ਜਾਓਗੇ, ਅਦਬ 'ਚ ਆ ਜਾਓਗੇ, ਸਤਿਕਾਰ 'ਚ ਆ ਜਾਓਗੇ, ਤੁਹਾਡੀ ਜ਼ਿੰਦਗੀ ਦੀ ਬੇੜੀ ਨੂੰ ਕੋਈ ਡੋਬ ਹੀ ਨਹੀਂ ਸਕਦਾ। ਇਹ ਮਜ਼ਾ ਨਹੀਂ ਹੈ ਕਿ ਸਮੁੰਦਰ 'ਚ ਵੜੀਏ ਹੀ ਨਾ ਤੇ ਆਪਾਂ ਡੁੱਬੀਏ ਨਾ, ਇਹ ਕੋਈ ਵਡਿਆਈ ਨਹੀਂ, ਇਹ ਕੋਈ ਸੂਰਮਗਤੀ ਨਹੀਂ ਹੈ। ਕੋਈ ਕਹੇ ਜੀ ਮੈਂ ਪਹਾੜਾਂ 'ਚ ਜਾ ਕੇ ਬੈਠਾ ਹਾਂ, ਮੇਰੇ ਤੇ ਕੋਈ ਬੁਰਾਈ ਅਸਰ ਨਹੀਂ ਕਰਦੀ, ਮੈਂ ਕਿਸੇ ਦੀ ਨਿੰਦਾ ਨਹੀਂ ਕਰਦਾ, ਬੈਠਾ ਰਹਿ, ਇਹ ਤਾਂ ਕੋਈ ਬਹਾਦਰੀ ਨਹੀਂ ਹੈ। ਕੋਈ ਕਹੇ ਜੀ ਮੈਂ ਤੇ ਭਲਾ ਡੂੰਘਾ ਭੋਰਾ ਬੈਠ ਕੇ ਪੁੱਟ ਕੇ ਬੈਠਾ, ਮੈਂ ਕਦੀ ਕਿਸੇ ਨੂੰ ਦੇਖਿਆ ਨਹੀਂ, ਕਿਸੇ ਨਾਲ ਗੱਲ ਨਹੀਂ ਕੀਤੀ, ਮੇਰੇ ਤੇ ਕੋਈ ਬੁਰਾਈ ਨਹੀਂ, ਕੋਈ ਬਹਾਦਰੀ ਨਹੀਂ ਹੈ। ਸਮੁੰਦਰ ਦੇ ਕੰਢੇ ਤੇ ਬੈਠੇ ਰਹਿਣਾ ਕੋਈ ਬਹਾਦਰੀ ਨਹੀਂ ਹੈ। ਬਹਾਦਰੀ ਤੇ ਹੈ ਕਿ ਸਮੁੰਦਰ ਵਿੱਚ ਵੜ ਕੇ ਕੋਈ ਭਿੱਜੇ ਨਾ, ਸਮੁੰਦਰ ਵਿੱਚ ਵੜ ਕੇ ਕੋਈ ਲਹਿਰਾਂ ਵਿੱਚ ਡੁੱਬੇ ਨਾ, ਸਮੁੰਦਰ 'ਚ ਵੜ ਕੇ ਕੋਈ ਘੁੰਮਣ ਘੇਰੀਆਂ 'ਚ ਫਸੇ ਨਾ। ਇਹ ਬਹਾਦਰੀ ਹੈ, ਇਹ ਵਡਿਆਈ ਹੈ। ਤੇ ਸਾਡੇ ਸਤਿਗੁਰੂ ਜੀ ਨੇ ਸਾਨੂੰ ਇਹੋ ਜਿਹੀ ਜੀਵਨ ਜਾਚ ਦਿੱਤੀ। ਵੱਡੇ ਵੱਡੇ ਸਿੱਧਾਂ ਜੋਗੀਆਂ ਦਾ ਇਤਿਹਾਸ ਪੜ੍ਹ ਕੇ ਦੇਖੋ, ਜਿਹੜੇ ਕਹਿੰਦੇ ਦੁਨੀਆ ਮਾੜੀ ਹੈ, ਦੁਨੀਆ ਦੁੱਖਾਂ ਦਾ ਘਰ ਹੈ, ਗ੍ਰਹਿ ਦੁੱਖਾਂ ਦਾ ਘਰ ਹੈ, ਇਹਨੂੰ ਛੱਡ ਕੇ ਲਾਂਭੇ ਹੋ ਜਾਓ ਜੇ ਸੁੱਖ ਮੰਨਣੇ। ਸੁੱਖ ਉਹਨਾਂ ਨੂੰ ਜੰਗਲਾਂ 'ਚ ਵੀ ਨਾ ਮਿਲਿਆ। ਸਤਿਗੁਰੂ ਨਾਨਕ ਸਾਹਿਬ ਜੀ ਦੇ ਨਾਲ ਚਰਚਾ ਕਰਦਿਆਂ ਉਹਨਾਂ ਦਾ ਸਵਾਲ ਹੀ ਪਹਿਲਾ ਐ ਸੀ, ਬਾਬਾ ਨਾਨਕ ਜੀ ਦੁਨੀਆ ਸਾਗਰ ਦੁੱਤਰ ਕਹੀਏ ਕਿਉਂ ਕਰ ਪਾਈਏ ਪਾਰੋ। ਇਹ ਦੁਨੀਆ ਤੇ ਸਮੁੰਦਰ ਵਾਂਗੂ ਹੈ, ਇਹਦੇ 'ਚੋਂ ਬਾਹਰ ਨਿਕਲਣਾ ਤੇ ਬੜਾ ਔਖਾ ਹੈ। ਇੱਕ ਵਾਰੀ ਗ੍ਰਸਤ ਦੇ ਜੰਜਾਲ 'ਚ ਪੈ ਜਾਓ ਤੇ ਬੜਾ ਔਖਾ ਹੈ। ਕਈ ਕਹਿੰਦੇ ਜੀ ਗ੍ਰਸਤ ਰਹਿ ਕੇ ਨਾਮ ਹੀ ਨਹੀਂ ਜਪਿਆ ਜਾ ਸਕਦਾ, ਕੰਮ ਕਰ ਕੀਤਿਆਂ ਨਾਮ ਨਹੀਂ ਜਪਿਆ ਜਾ ਸਕਦਾ। ਸਭ ਤੋਂ ਵੱਧ ਨਾਮ ਤੇ ਜਪਦਾ ਹੀ ਗ੍ਰਸਤੀ ਹੈ। ਜੰਗਲਾਂ 'ਚ ਬੈਠਣ ਵਾਲਾ ਕੀ ਜਪੇਗਾ? ਦੇਖੋ ਨਾ, ਗ੍ਰਸਤੀ ਨੂੰ ਨਿਤ ਪਰਮਾਤਮਾ ਹੀ ਚੇਤੇ ਰਹਿੰਦਾ, ਵਾਹਿਗੁਰੂ ਜੀ ਮੇਰੇ ਬੱਚਿਆਂ ਤੇ ਰਹਿਮਤ ਕਰਦੀ, ਵਾਹਿਗੁਰੂ ਸਾਡੇ ਘਰੋਂ, ਇਹ ਰੱਬ ਨੂੰ ਹੀ ਚੇਤੇ ਕਰਦਾ। ਗ੍ਰਸਤੀ ਆਨੇ ਬਹਾਨੇ ਜਿੱਦਾਂ ਵੀ ਕਰਦਾ, ਰੱਬ ਦੀਆਂ ਦਿੱਤੀਆਂ ਦਾਤਾਂ ਘਰ ਬਣ ਗਿਆ ਤਾਂ ਵੀ ਰੱਬ ਦਾ ਧੰਨਵਾਦ, ਘਰ 'ਚ ਬੱਚਾ ਆਇਆ ਤਾਂ ਵੀ ਧੰਨਵਾਦ, ਬੱਚਿਆਂ ਦਾ ਕੋਈ ਕਾਰਜ ਆ ਗਿਆ ਤਾਂ ਵੀ ਇਹੀ ਤੇ ਰੱਬ ਦਾ ਸਿਮਰਨ ਹੈ। ਕੋਈ ਮਾੜਾ ਫੜ ਕੇ ਬੈਠਣਾ ਤੇ ਸਿਮਰਨ ਨਹੀਂ ਹੈ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੈ ਨਿਸ਼ਾਨ। ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਉਹਦੀ ਨਿਸ਼ਾਨੀ ਜਾਣ ਕੇ ਉਹਦੇ ਨਾਲ ਜੁੜਨਾ, ਇਹ ਸਿਮਰਨ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਜਦੋਂ ਸਿੱਧਾ ਨੇ ਕਿਹਾ ਕਿ ਦੁਨੀਆ ਸਾਗਰ ਦੁੱਤਰ ਕਹੀਏ, ਬਾਬਾ ਨਾਨਕ ਜੀ ਇਹ ਦੁਨੀਆ ਇੱਕ ਸਮੁੰਦਰ ਵਾਂਗੂ ਹੈ, ਇਹਨੂੰ ਪਾਰ ਕਰਨਾ, ਜਿਸ 'ਚ ਰਹਿਣਾ ਬੜਾ ਔਖਾ ਹੈ। ਤੁਸੀਂ ਦੱਸੋ ਕਿਉਂ ਕਰ ਪਾਈਏ ਪਾਰੋ, ਇਹਨੂੰ ਕਿਵੇਂ ਪਾਰ ਕੀਤਾ ਜਾ ਸਕਦਾ ਹੈ? ਤੇ ਸਤਿਗੁਰੂ ਜੀ ਕਹਿੰਦੇ ਨੇ ਬਿਲਕੁਲ ਇੱਦਾਂ ਜੈਸੇ ਜਲ ਮੈਂ ਕਮਲ ਨਿਰਾਲਮ। ਕਮਲ ਵੀ ਤੇ ਪਾਣੀ 'ਚ ਹੀ ਰਹਿੰਦਾ, ਪਾਣੀ ਨੂੰ ਛੱਡ ਕੇ ਲਾਂਭੇ ਤਾਂ ਨਹੀਂ ਭੱਜ ਜਾਂਦਾ, ਪਰ ਪਾਣੀ ਜਿੰਨਾ ਮਰਜ਼ਾ ਵਧੀ ਜਾਏ ਉਹ ਫੇਰ ਉੱਚਾ ਉੱਠਦਾ ਚਲਿਆ ਜਾਂਦਾ, ਪਾਣੀ ਉਹਨੂੰ ਡੋਬ ਹੀ ਨਹੀਂ ਸਕਦਾ। ਮੁਰਗਾਬੀ ਵੀ ਤੇ ਪਾਣੀ 'ਚ ਹੀ ਰਹਿੰਦੀ ਹੈ, ਮੁਰਗਾਬੀ ਨੂੰ ਪਾਣੀ ਭਿਉਂ ਹੀ ਨਹੀਂ ਸਕਦਾ, ਉਹਦੇ ਖੰਭਾਂ ਨੂੰ ਗਿੱਲਿਆਂ ਕਰ ਹੀ ਨਹੀਂ ਸਕਦਾ, ਉਹ ਪਾਣੀ 'ਚ ਰਹਿ ਕੇ ਵੀ ਅਭਿੱਜ ਰਹਿੰਦੀ ਹੈ। ਸਤਿਗੁਰੂ ਜੀ ਕਹਿੰਦੇ ਇਹੋ ਜਿਹੀ ਜੀਵਨ ਜਾਚ ਸਿੱਖਣੀ ਹੈ। ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ। ਆਪਣੀ ਸੁਰਤ ਨੂੰ ਗੁਰੂ ਕੇ ਸ਼ਬਦ ਰਾਹੀਂ ਪ੍ਰਮਾਤਮਾ ਦੇ ਨਾਮ ਵਿੱਚ ਜੋੜੋ, ਨਾਮ ਨਾਲ ਨਾਮ ਦਾ ਸਿਮਰਨ ਕਰੋ ਗੁਰੂ ਕੇ ਸ਼ਬਦ ਰਾਹੀਂ। ਫਿਰ ਕੀ ਭਉ ਸਾਗਰ ਨੂੰ, ਭਉ ਦਾ ਅਰਥ ਹੁੰਦਾ ਡਰ। ਜਦੋਂ ਆਪਾਂ ਸੰਸਾਰ 'ਚ ਨਜ਼ਰ ਮਾਰਦੇ, ਹਰ ਮਨੁੱਖ ਦੇ ਅੰਦਰ ਡਰ ਹੈ। ਭਾਵੇਂ ਕੋਈ ਆਪਣੇ ਆਪ ਨੂੰ ਦੁਨਿਆਵੀ ਤੌਰ ਤੇ ਬਹੁਤ ਅਮੀਰ ਜਾਂ ਵੱਡੇ ਰੁਤਬੇ ਵਾਲਾ ਸਮਝਦਾ ਹੈ ਤੇ ਭਾਵੇਂ ਗਰੀਬ, ਹਰ ਮਨੁੱਖ ਦੇ ਅੰਦਰ ਡਰ ਹੈ। ਜਿੱਧਰ ਨਜ਼ਰ ਮਾਰੋਗੇ ਚਿੰਤਤ ਹੀ ਦੀਸੈ ਸਭ ਕੋਈ। ਇਹ ਜ਼ਰੂਰੀ ਨਹੀਂ ਕਿ ਜਿਨ੍ਹਾਂ ਕੋਲ ਪੈਸਾ ਬਹੁਤਾ ਨਹੀਂ ਉਹ ਡਰੇ ਹੋਏ ਨੇ, ਪੈਸਿਆਂ ਵਾਲੇ ਨੂੰ ਬਹੁਤੇ ਡਰ ਨੇ। ਇਹ ਜ਼ਰੂਰੀ ਨਹੀਂ ਕਿ ਜਿਹੜੇ ਪੜ੍ਹੇ ਨਹੀਂ ਉਹਨਾਂ ਨੂੰ ਚਿੰਤਾ ਹੈ, ਜਿਹੜੇ ਪੜ੍ਹੇ ਨੇ ਉਹਨਾਂ ਦੀਆਂ ਤੇ ਚਿੰਤਾਵਾਂ ਹੀ ਵੱਖਰੀਆਂ ਵੱਖਰੀਆਂ ਨੇ। ਇਹ ਜ਼ਰੂਰੀ ਨਹੀਂ ਕਿ ਜਿਨ੍ਹਾਂ ਕੋਲ ਰੁਤਬਾ ਨਹੀਂ ਹੈ ਤੇ ਉਹਨਾਂ ਨੂੰ ਫਿਕਰ ਹੈ। ਰੁਤਬਿਆਂ ਵਾਲਿਆਂ ਨੂੰ ਤੇ ਡਰ ਹੀ ਬੜਾ, ਉਹ ਤੇ ਇਕੱਲੇ ਕਿਤੇ ਫੇਰ ਹੀ ਨਹੀਂ ਸਕਦੇ, ਉਹ ਇਕੱਲੇ ਵਿਚਾਰੇ ਰੋਟੀ ਨਹੀਂ ਖਾ ਸਕਦੇ ਕਿਤੇ, ਉਹ ਇੰਨੇ ਡਰੇ ਹੋਏ ਨੇ।
ਇਸ ਕਰਕੇ ਜਿੱਧਰ ਨਜ਼ਰ ਮਾਰੋਗੇ ਹਰ ਮਨੁੱਖ ਦੇ ਅੰਦਰ ਇੱਕ ਡਰ ਦਾ ਸਮੁੰਦਰ ਹੈ। ਉਸ ਸਮੁੰਦਰ ਚੋਂ ਬਾਹਰ ਨਿਕਲਣ ਦੀ ਜੁਗਤ ਮਾਨਯੋਗ ਬਾਬਾ ਨਾਮਦੇਵ ਸਾਹਿਬ ਜੀ ਅੱਜ ਦੇ ਇਸ ਪਵਿੱਤਰ ਮੁੱਖ ਵਾਕ ਦੇ ਰਾਹੀਂ ਸਾਨੂੰ ਦਰਸਾ ਰਹੇ ਨੇ। ਜੇ ਕੋਈ ਬੰਦਾ ਕਹੇ ਕਿ ਆਪਣੀ ਸਿਆਣਪ ਦੇ ਨਾਲ ਮੈਂ ਪਾਰ ਉਤਰ ਜਾਵਾਂਗਾ, ਸਤਿਗੁਰੂ ਜੀ ਕਹਿੰਦੇ ਬਿਲਕੁਲ ਨਹੀਂ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ ਕਿ ਬੰਦੇ ਆ ਵੱਡੇ ਵੱਡੇ ਅਹੰਕਾਰੀ ਆ ਨਾਨਕ ਗਰਵ ਗਲੇ। ਅਹੰਕਾਰ ਭਾਵੇਂ ਗਿਆਨ ਦਾ ਹੋਵੇ, ਭਾਵੇਂ ਧਨ ਦਾ ਹੋਵੇ, ਭਾਵੇਂ ਰੁਤਬੇ ਦਾ ਹੋਵੇ, ਭਾਵੇਂ ਕੋਈ ਵੀ ਹੋਵੇ, ਉਹ ਹੰਕਾਰ ਮਨੁੱਖ ਦੇ ਡੁੱਬਣ ਦਾ ਕਾਰਨ ਬਣਦਾ। ਤੇ ਸਤਿਗੁਰੂ ਸਾਹਿਬ ਜੀ ਨੇ ਇੱਕ ਬਚਨ ਕਿਹਾ ਸੀ, ਗੁਰ ਕੀ ਮਤ ਤੂੰ ਲੈ ਆਨੇ ਭਗਤ ਬਿਨਾ ਬਹੁ ਡੂਬੇ। ਸਿਆਣੇ ਵੱਡੇ ਵੱਡੇ ਸਿਆਣੇ ਜਿਹੜੇ ਸਨ ਉਹ ਗੁਰੂ ਕੀ ਮਤ ਨਾਲ ਨਾ ਜੁੜੇ, ਰੱਬ ਦੀ ਭਾਵ ਭਗਤੀ 'ਚ ਨਾ ਜੁੜੇ, ਆਖਰ ਉਹ ਡੁੱਬ ਗਏ। ਡੁੱਬਣ ਦਾ ਕਾਰਨ ਕੀ ਹੈ? ਅਕਸਰ ਆਪਾਂ ਕਈ ਵਾਰ ਕਹਿੰਦੇ ਕਿ ਇਹ ਬੰਦੇ ਦੀ ਤਾਂ ਬੇੜੀ ਡੁੱਬ ਗਈ, ਇਹਦਾ ਤਾਂ ਬੇੜਾ ਗਰਕ ਹੋ ਗਿਆ। ਉਹ ਬੰਦਾ ਤੁਰਿਆ ਫਿਰਦਾ ਸਾਡੇ ਸਾਹਮਣੇ, ਸਰੀਰਕ ਤੌਰ ਤੇ ਠੀਕ ਹੈ, ਉਹ ਇਹ ਨਹੀਂ ਕਿ ਦਰਿਆ 'ਚ ਗਿਆ ਬੇੜੀ ਤੇ ਬੈਠ ਕੇ ਡੁੱਬ ਗਿਆ। ਡੁੱਬਣ ਦਾ ਅਰਥ ਹੁੰਦਾ ਹੈ ਆਚਰਣਕ ਪੱਖ ਤੋਂ ਡਿੱਗ ਜਾਣਾ। ਡੁੱਬਣ ਦਾ ਅਰਥ ਹੈ ਕਿਸੇ ਪੱਖ ਤੋਂ ਵੀ ਗਿਰਾਵਟ ਆ ਜਾਣੀ। ਮਨੁੱਖ ਦੇ ਅੰਦਰੋਂ ਇਨਸਾਨੀਅਤ ਮੁੱਕ ਜੇ, ਸਮਝੋ ਡੁੱਬ ਗਿਆ। ਮਨੁੱਖ ਦੇ ਅੰਦਰ ਰੱਬੀ ਗੁਣ ਖਤਮ ਹੋ ਜਾਣ, ਸਮਝੋ ਡੁੱਬ ਗਿਆ। ਮਨੁੱਖ ਦੇ ਅੰਦਰੋਂ ਇਮਾਨਦਾਰੀ ਖਤਮ ਹੋ ਜਾਏ, ਧੀਰਜ ਖਤਮ ਹੋ ਜਾਏ, ਸੰਤੋਖ ਖਤਮ ਹੋ ਜਾਏ, ਪਿਆਰ ਖਤਮ ਹੋ ਜਾਏ ਤੇ ਡੁੱਬ ਗਿਆ। ਤੇ ਹੁਣ ਅਸੀਂ ਸਮਾਜ ਅੰਦਰ ਮਨੁੱਖੀ ਸਮਾਜ 'ਚ ਨਜ਼ਰ ਮਾਰੀਏ ਕਿ ਧਰਦੇ ਕਿੰਨੇ ਕੁ ਨੇ। ਇੱਥੇ ਤੇ ਬਾਜ ਗੁਰੂ ਡੁੱਬਾ ਜੱਗ ਸਾਰਾ। ਸਤਿਗੁਰੂ ਜੀ ਕਹਿੰਦੇ ਸਾਰਾ ਜੱਗ ਹੀ ਡੁੱਬਾ ਪਿਆ ਇੱਥੇ। ਬਾਬਾ ਨਾਮਦੇਵ ਸਾਹਿਬ ਜੀ ਸਾਨੂੰ ਇਸ ਮੁੱਖ ਵਾਕ ਦੇ ਰਾਹੀਂ ਇਹ ਗਿਆਨ ਬਖਸ਼ ਰਹੇ ਨੇ ਕਿ ਆਪਾਂ ਇਸ ਭਉ ਸਾਗਰ ਵਿੱਚ ਰਹਿੰਦੇ ਹਾਂ, ਇਹਦੀਆਂ ਲਹਿਰਾਂ ਤੋਂ ਉੱਚੇ ਕਿਵੇਂ ਉੱਠਣਾ। ਜੋ ਬਚਨ ਮਾਨਯੋਗ ਭਗਤ ਸਾਹਿਬ ਜੀ ਨੇ ਬਖਸ਼ਿਸ਼ ਕੀਤੇ ਨੇ, ਆਓ ਆਪਾਂ ਮਿਲ ਕੇ ਇਹਨਾਂ ਦੀ ਵਿਚਾਰ ਸਾਂਝੀ ਕਰੀਏ। ਸਤਿਗੁਰੂ ਜੀ ਦੇ ਪਿਆਰ 'ਚ ਜੁੜਦੇ ਹਾਂ, ਮਨ ਬਿਰਤੀਆਂ ਨੂੰ ਟਿਕਾਉਣ ਹਿੱਤ ਮੁੱਖ ਤੋਂ ਉਚਾਰਨ ਕਰੀਏ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ। ਲੋਭ ਲਹਿਰ ਅਤ ਨੀਜਰ ਬਾਜੈ, ਕਾਇਆ ਡੂਬੈ ਕੇਸਵਾ। ਭਗਤ ਸਾਹਿਬ ਜੀ ਦੇ ਇਹ ਪਾਵਨ ਬਚਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 1196 ਤੇ ਸੁਭਾਇਮਾਨ ਨੇ। ਮੁੱਖ ਵਾਕ ਦੀਆਂ ਜੋ ਕੇਂਦਰੀ ਰਾਹੋ ਵਾਲੀਆਂ ਪੰਕਤੀਆਂ ਨੇ, ਭਗਤ ਜੀ ਕਹਿੰਦੇ ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠੁਲਾ। ਗੋਬਿੰਦ ਦਾ ਅਰਥ ਹੁੰਦਾ ਹੈ ਪ੍ਰਿਥਵੀ ਦਾ ਜੋ ਮਾਲਕ ਹੋਵੇ। ਗੋ ਮੈਣਾ ਪ੍ਰਿਥਵੀ, ਇੰਦ ਮੈਣਾ ਮਾਲਕ। ਪ੍ਰਿਥਵੀ ਦਾ ਮਾਲਕ ਜੋ ਪਰਮਾਤਮਾ ਹੈ। ਬੀਠਲ ਭਗਤ ਜੀ ਦਾ ਬੜਾ ਪਿਆਰਾ ਨਾਮ ਹੈ, ਇਹਨਾਂ ਨੇ ਵਰਤਿਆ ਆਪਣੀ ਪਵਿੱਤਰ ਬਾਣੀ ਅੰਦਰ, ਹੋਰ ਵੀ ਕਈ ਥਾਵਾਂ ਤੇ ਆਇਆ। ਬੀਠਲ ਦਾ ਅਰਥ ਹੁੰਦਾ ਬਿਸ਼ਠਲ। ਸੰਸਕ੍ਰਿਤ ਦਾ ਇੱਕ ਲਫ਼ਜ਼ ਹੈ ਵਿਸਥਲ। ਵਿਸਥਲ ਸਥਲ ਮੈਣਾ ਥਾਂ ਨੂੰ, ਜਿਹਦਾ ਕੋਈ ਥਾਂ ਨਹੀਂ, ਭਾਵਿਕ ਥਾਂ ਨਾਲ ਨਹੀਂ ਜੁੜਿਆ ਹੋਇਆ। ਉਹ ਪਰਮਾਤਮਾ ਜੋ ਸਰਵ ਵਿਆਪਕ ਹੈ, ਉਸ ਨੂੰ ਬੀਠਲ ਕਹਿ ਕੇ ਚੇਤੇ ਕੀਤਾ ਭਗਤ ਜੀ ਨੇ। ਭਗਤ ਜੀ ਕਹਿੰਦੇ ਕਿ ਹੇ ਗੋਬਿੰਦ, ਪਰਮਾਤਮਾ ਸ੍ਰਿਸ਼ਟੀ ਦੇ ਮਾਲਕ, ਸਰਵ ਵਿਆਪਕ ਪਰਮ ਪਿਤਾ ਵਾਹਿਗੁਰੂ, ਮੇਰੇ ਬਾਪ ਜੀਓ, ਇਹ ਸੰਸਾਰ ਸਮੁੰਦਰ 'ਚ ਅਸੀਂ ਆਏ ਹਾਂ। ਪਰ ਇਹ ਸਮੁੰਦਰ 'ਚ ਅਸੀਂ ਜਦੋਂ ਨਜ਼ਰ ਮਾਰਦੇ ਹਾਂ ਨਾ, ਜਿੱਧਰ ਦੇਖੋ ਬੇੜੀਆਂ ਡੋਬੀ ਰਹੀਆਂ ਨੇ। ਦੇਖੋ ਦੁਨਿਆਵੀ ਸਮੁੰਦਰ 'ਚ ਵੀ ਜਹਾਜ਼ ਚੱਲਦੇ ਨੇ, ਬੇੜੀਆਂ ਚੱਲਦੀਆਂ ਨੇ, ਕਿਤੇ ਕਿਤੇ ਕੋਈ ਖਬਰ ਮਿਲਦੀ ਕਿ ਉਹ ਬੇੜੀ ਡੁੱਬ ਗਈ ਹੈ। ਬੇੜੀ ਡੁੱਬਣ ਦਾ ਕਾਰਨ ਕੀ ਹੁੰਦਾ ਹੈ? ਜਾਂ ਬੇੜੀ ਕਮਜ਼ੋਰ ਹੈ ਜਾਂ ਮੱਲਾਹ ਅਣਜਾਣ ਹੈ। ਬੇੜੀ ਕਮਜ਼ੋਰ ਹੋਏ ਤਾਂ ਵੀ ਡੁੱਬਣ ਦਾ ਕਾਰਨ ਬਣਦੀ ਹੈ, ਮੱਲਾਹ ਅਣਜਾਣ ਹੋਏ ਤਾਂ ਵੀ ਡੁੱਬਣ ਦਾ ਕਾਰਨ ਬਣਦੀ ਹੈ। ਤੇ ਬਾਬਾ ਕਬੀਰ ਸਾਹਿਬ ਜੀ ਦਾ ਇੱਕ ਬਚਨ ਹੈ, ਹਰਵੇ ਹਰਵੇ ਤਿਰ ਗਏ ਡੂਬੇ ਜਿਨ ਸਿਰ ਪਾਰ। ਕਬੀਰ ਬੇੜਾ ਜ਼ਰਜ਼ਰਾ ਫੂਟੇ ਸ਼ੇਖ ਹਜ਼ਾਰ, ਹਰਵੇ ਹਰਵੇ ਤਿਰ ਗਏ ਡੂਬੇ ਜਿਨ ਸਿਰ ਪਾਰ। ਭਗਤ ਜੀ ਕਹਿੰਦੇ ਇੱਕ ਤੇ ਸਾਡੀ ਜ਼ਿੰਦਗੀ ਦਾ ਬੇੜਾ ਜ਼ਰਜ਼ਰਾ ਹੈ, ਪੁਰਾਣਾ, ਜਿਹਨੂੰ ਆਪਾਂ ਕਹਿੰਦੇ ਬੜਾ ਹੀ ਬੋਥਾ ਜਿਹਾ ਜਰਜਰਾ ਹੁੰਦਾ, ਉਹ ਕੱਪੜਾ ਜਿਹਦੇ 'ਚ ਥਾਂ ਥਾਂ ਤੇ ਛੇਕ ਜੇ ਹੋਣ, ਪਾਟਣ ਵਾਲਾ ਹੋਏ। ਬਾਬਾ ਕਬੀਰ ਸਾਹਿਬ ਜੀ ਇੱਕ ਤੇ ਕਹਿੰਦੇ ਸਾਡੀ ਜ਼ਿੰਦਗੀ ਦਾ ਬੇੜਾ ਜ਼ਰਜ਼ਰਾ ਹੈ, ਸਾਡੀ ਸ਼ਖਸੀਅਤ ਬੜੀ ਕਮਜ਼ੋਰ ਹੈ। ਅਸੀਂ ਇੱਥੇ ਬੇੜਾ ਬਣਾਉਣ ਲਈ ਆਏ ਸਾਂ। ਇਹ ਜ਼ਿੰਦਗੀ ਜਿਹੜੀ ਸੀ ਨਾ, ਕਿਉਂਕਿ ਸਮੁੰਦਰ ਹੈ, ਸਮੁੰਦਰ 'ਚੋਂ ਬਾਹਰ ਨਿਕਲਣਾ ਹੈ ਤੇ ਬੇੜਾ ਸਾਨੂੰ ਆਪ ਬਣਾਉਣਾ ਪੈਣਾ ਹੈ। ਸਮੁੰਦਰ ਹੈ, ਭੱਜਿਆਂ ਗੱਲ ਨਹੀਂ ਬਣਨੀ, ਇਹਨੂੰ ਪਾਰ ਕੀਤਿਆਂ ਗੱਲ ਬਣਨੀ ਹੈ। ਪਰਮਾਤਮਾ ਇਸ ਸਮੁੰਦਰ ਤੋਂ ਪਾਰ ਹੈ, ਪਰਮਾਤਮਾ ਦੇ ਵਿੱਚ ਲਿਵਲੀਨ ਹੋਣਾ ਹੈ। ਸਤਿਗੁਰੂ ਜੀ ਦੇ ਬਚਨ ਨੇ, ਭਈ ਪ੍ਰਾਪਤ ਮਾਨੁਖ ਦੇਵਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਤ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵਜਲ ਤਰਨ ਕਹਿ। ਗੋਬਿੰਦ ਨੂੰ ਮਿਲਣ ਦਾ ਇਹ ਮੌਕਾ ਹੈ।
ਗੋਬਿੰਦ ਨੂੰ ਮਿਲਣ ਤੋਂ ਬਿਨਾਂ ਹੋਰ ਆ ਜਿੰਨੇ ਅਸੀਂ ਦੌੜ ਭੱਜ ਕਰਦੇ ਕਿਸੇ ਅਰਥ ਨਹੀਂ। ਰੋਟੀ ਪਾਣੀ ਲਈ ਮਿਹਨਤ ਕਰਨੀ ਹੋਰ ਜੋ ਨਵੀਂ ਕਰਦੀਆਂ ਨੇ ਮਨੁੱਖ ਦਾ ਫਰਜ਼ ਹੈ। ਪਰ ਜੇ ਆਪਾਂ ਕਿ ਬਹੁਤ ਦੌੜ ਭੱਜ ਕਰਕੇ ਬਹੁਤੇ ਵੱਡੇ ਬਣ ਜਾਵਾਂਗੇ ਜਾਂ ਅਸੀਂ ਬਹੁਤ ਕੁਝ ਇਕੱਠਾ ਕਰ ਲਾਂਗੇ, ਇੱਕ ਭਰਮ ਹੈ ਤਾਂ ਅਵਰ ਕਾ ਕਿਤੇ ਨਾ ਕਾਮ। ਗੋਬਿੰਦ ਨੂੰ ਮਿਲਣ ਤੋਂ ਬਿਨਾਂ ਹੋਰ ਜਿਹੜੇ ਕੰਮ ਨੇ ਉਹ ਕਿਸੇ ਅਰਥ ਨਹੀਂ ਹੈ। ਸਾਹਿਬ ਕਹਿੰਦੇ ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਧ ਸੰਗਤ ਰਾਹੀਂ ਕੇਵਲ ਪ੍ਰਮਾਤਮਾ ਦੇ ਪਿਆਰ ਜੁੜ ਬੰਦਿਆ, ਫਿਰ ਸਰੰਜਾਮ ਲਾਗ ਭਵਜਲ ਤਰਨ ਕਹਿ। ਇਹ ਭਉ ਸਾਗਰ ਜਿਹੜਾ ਹੈ ਨਾ ਭਵਜਲ, ਇਹਨੂੰ ਪਾਰ ਉਤਰਨ ਦਾ ਕੋਈ ਆਹਰ ਕਰ ਲੈ। ਉਹ ਆਹਰ ਕਰਨ ਲਈ ਤੇ ਜ਼ਿੰਦਗੀ ਮਿਲੀ ਕਿ ਆਪਾਂ ਆਏ ਹਾਂ, ਕੋਈ ਆਹਰ ਬਣਾ ਕੇ ਆਪਾਂ ਭਉ ਸਾਗਰ ਨੂੰ ਪਾਰ ਹੋ ਕੇ ਪ੍ਰਮਾਤਮਾ ਨੂੰ ਲਿਵਲੀਨ ਪ੍ਰਮਾਤਮਾ ਨੂੰ ਪ੍ਰਾਪਤ ਕਰ ਸਕੀਏ, ਪ੍ਰਮਾਤਮਾ ਦੀ ਦੀਦਾਰ ਕਰ ਸਕੀਏ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਬਚਨ ਰਾਮ ਕਲੀ ਰਾਗ ਵਿੱਚ, ਕਿਨ ਵਿਦ ਸਾਗਰ ਤਰੀਏ ਜੀਵ ਤਿਆਂ ਕਿਉਂ ਮਰੀਏ। ਇਹ ਸਾਗਰ ਨੂੰ ਕਿਵੇਂ ਪਾਰ ਕੀਤਾ ਜਾ ਸਕਦਾ ਹੈ। ਜੇ ਦਰ ਵਸੇ ਜਿਤ ਦਰ ਵਸੇ ਕਵਨ ਦਰ ਕਹੀਏ, ਦਰਾਂ ਭੀਤਰ ਦਰ ਕਵਨ ਲਹਿ। ਜਿਤਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹਿ। ਜਿਸ ਦਰ ਤੇ ਪ੍ਰਮਾਤਮਾ ਰਹਿੰਦਾ ਹੈ, ਉਹ ਦਰਾਂ ਤੋਂ ਜਿਹੜਾ ਅਗਲਾ ਦਰ ਹੈ ਉੱਥੇ ਕਿਵੇਂ ਪਹੁੰਚਿਆ ਜਾਏ, ਉਸ ਪ੍ਰਮਾਤਮਾ ਦੀ ਬਾਰੇ ਕੋਈ ਸੋਝੀ ਦੇਵੇ। ਤੇ ਅੱਗੇ ਚੱਲ ਕੇ ਸਤਿਗੁਰੂ ਜੀ ਨੇ ਕਿਹਾ ਇੱਥੇ ਪਰਮਾਤਮਾ ਨੇ ਮਾਇਆ ਜਲ ਖਾਈ ਪਾਣੀ ਘਰ ਬੰਧਿਆ, ਸੱਤ ਕੇ ਆਸਣ ਪੁਰਖ ਰਹਿ। ਇੱਥੇ ਮਾਇਆ ਦੀ ਅੱਗੇ ਜਲ ਦੀ ਖਾਈ ਹੈ, ਪਾਣੀ ਦਾ ਬੜਾ ਤਗੜਾ ਸਮੁੰਦਰ ਹੈ, ਉਹਦੇ 'ਚ ਘਰ ਹੈ। ਉਸ ਪਾਣੀ ਦੇ ਸਮੁੰਦਰ ਸੱਤ ਕੇ ਆਸਣ, ਉਹ ਪਰਮਾਤਮਾ ਉਸ ਪਾਣੀ ਦੇ ਉੱਪਰ ਇਵੇਂ ਕਹਿ ਲਓ ਇਸ ਭਵ ਸਾਗਰ ਤੋਂ ਅੱਗੇ ਪਰਮਾਤਮਾ ਸੱਤ ਕੇ ਆਸਣ ਪੁਰਖ ਰਹੇ, ਸੱਚ ਦੇ ਆਸਣ 'ਚ ਬੈਠਾ ਹੋਇਆ। ਉਹ ਸਮੁੰਦਰ ਕੋ ਬਾਹਰ ਨਹੀਂ, ਸਾਡੇ ਅੰਦਰ ਹੈ। ਉਹ ਸਮੁੰਦਰ ਕਿਵੇਂ ਪਾਰ ਕਰਨਾ? ਸਤਿਗੁਰੂ ਸਾਹਿਬ ਜੀ ਕਹਿੰਦੇ ਆਏ ਤਾਂ ਆਪਾਂ ਇਸ ਲਈ ਸਾਂ ਕਿ ਆਪਾਂ ਇੱਕ ਬੇੜਾ ਤਿਆਰ ਕਰੀਏ ਕਿ ਆਪਾਂ ਭੌਜਲ ਨੂੰ ਪਾਰ ਕਰ ਲਈਏ। ਤੇ ਅਸੀਂ ਬੇੜੇ ਨੂੰ ਤੇ ਤਿਆਰ ਕੀ ਕਰਨਾ ਸੀ, ਜੋ ਸਾਨੂੰ ਵਾਹਿਗੁਰੂ ਜੀ ਨੇ ਸਾਧਨ ਦਿੱਤੇ ਉਹਨਾਂ ਨੂੰ ਬਰਬਾਦ ਕਰਨਾ ਸ਼ੁਰੂ ਕਰਤਾ। ਜਿੱਥੇ ਭਗਤ ਜੀ ਨੇ ਇੱਕ ਗੱਲ ਕੀ, ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਪਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ। ਜਦੋਂ ਤੇ ਵੇਲਾ ਸੀ, ਦੇਖੋ ਜਦੋਂ ਹੁਣ ਵਰਖਾ ਆਉਣ ਵਾਲੀ ਹੈ ਨਾ, ਜਿਹੜੇ ਦਰਿਆਵਾਂ ਦੇ ਕੰਢੇ ਤੇ ਰਹਿੰਦੇ ਨੇ ਉਹਨਾਂ ਨੂੰ ਫਿਕਰ ਹੈ ਕਿ ਵਰਖਾ ਦੀ ਰੁੱਤ ਆਉਣੀ ਹੈ, ਕੱਲ ਨੂੰ ਅਸੀਂ ਆਰ ਪਾਰ ਜਾਣਾ ਜਾਂ ਹੜ੍ਹ ਆਉਣਾ ਹੈ ਦਰਿਆਵਾਂ 'ਚ, ਤੇ ਕਿਵੇਂ ਬਚਣਾ। ਉਹਨਾਂ ਨੂੰ ਫਿਕਰ ਹੁੰਦਾ, ਪਹਿਲਾਂ ਪ੍ਰਬੰਧ ਕਰਦੇ ਨੇ। ਗੁਰਬਾਣੀ ਦਾ ਇੱਕ ਬਚਨ ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ। ਜੇ ਪਹਿਲਾਂ ਅਸੀਂ ਸੁਚੇਤ ਰਹੀਏ ਤੇ ਫਿਰ ਸਾਨੂੰ ਦੁਖੀ ਨਹੀਂ ਹੋਣਾ ਪੈਂਦਾ। ਹੁਣ ਅਸੀਂ ਤੇ ਅਜਿਹੋ ਜਿਹੇ ਮੁਲਕ 'ਚ ਰਹਿ ਰਹੇ ਹਾਂ ਜਿੱਥੇ ਗੌਰਮੈਂਟਾਂ ਵੀ ਜਿਹੜੀਆਂ ਰਿਸਪੌਂਸੀਬਲ ਨਹੀਂ ਹੈ। 1 ਸਾਲ ਹੋ ਗਿਆ ਮਹਾਂਮਾਰੀ ਆਈ ਨੂੰ, ਤੇ ਗੌਰਮੈਂਟਾਂ ਨੂੰ ਪਤਾ ਹੀ ਨਹੀਂ ਹੈ ਕਿ ਇੱਥੇ ਅਸੀਂ ਕੋਈ ਆਕਸੀਜਨ ਦੇ ਪਲਾਂਟ ਲਾਉਣੇ ਨੇ, ਕੋਈ ਲੋਕਾਂ ਦੇ ਬਚਣ ਦਾ ਸਾਧਨ ਕਰਨਾ, ਕੋਈ ਹਸਪਤਾਲ ਬਣਾਉਣੇ ਨੇ, ਬੁੱਤ ਲਗਾ ਦਿੱਤੇ, ਹੋਰ ਕੁਝ ਬਣਾ ਦਿੱਤਾ, ਇੱਧਰ ਉੱਧਰ ਦੀਆਂ ਇਲੈਕਸ਼ਨਾਂ ਤੇ ਅਰਬਾਂ ਰੁਪਈਏ ਬਰਬਾਦ ਕਰ ਦਿੱਤੇ, ਪਰ ਲੋਕਾਂ ਦੇ ਲਈ ਕੁਝ ਨਹੀਂ ਬਣਿਆ, ਕੋਈ ਹਸਪਤਾਲ ਨਹੀਂ ਬਣਿਆ। ਅੱਜ ਲੋਕਾਂ ਲਈ ਥਾਂ ਹੀ ਨਹੀਂ ਹਸਪਤਾਲਾਂ 'ਚ। ਜਿਸ ਮੁਲਕ ਦੇ ਅੰਦਰ ਆਪਣੇ ਲੋਕਾਂ ਨੂੰ ਬਚਾਉਣ ਦੇ ਲਈ ਆਕਸੀਜਨ ਨਹੀਂ, ਉਹ ਮੁਲਕ ਕਿੰਨਾ ਕੁਮਾਨ ਹੋ ਸਕਦਾ। ਖੋ ਜੀ ਹਮ ਤੋਂ 21ਵੀਂ ਸਦੀ में ਚਲੇ ਗਏ, ਜਦ ਨਿਊ ਇੰਡੀਆ ਹੈ। ਇਹ ਨਿਊ ਇੰਡੀਆ ਹੈ ਕਿ ਲੋਕੀ ਵਿਚਾਰੇ ਸਿਲੰਡਰ ਲੈਣ ਲਈ ਕਿੱਡੀ ਕਿੱਡੀ ਦੂਰ ਭਟਕ ਰਹੇ ਨੇ। ਇਹ ਨਿਊ ਇੰਡੀਆ ਬਣ ਗਿਆ। ਇਹ ਕਦੋਂ ਹੁੰਦਾ ਹੈ? ਜਦੋਂ ਗੈਰ ਜ਼ਿੰਮੇਵਾਰ ਲੋਕ ਤਖਤਾਂ ਤੇ ਬੈਠ ਜਾਣ, ਅਨਰਿਸਪੌਂਸਿਬਲ ਲੋਕ। ਤੁਸੀਂ ਸਰੀਰ ਪ੍ਰਤੀ ਗੈਰ ਜ਼ਿੰਮੇਵਾਰ ਹੋਗੇ, ਸਰੀਰ 'ਚ ਰੋਗ ਪੈਦਾ ਹੋਣਗੇ। ਘਰ ਪ੍ਰਤੀ ਗੈਰ ਜ਼ਿੰਮੇਵਾਰ ਹੋਗੇ, ਘਰ ਵੀ ਜਿਹੜਾ ਬਰਬਾਦ ਹੋ ਜਾਏਗਾ। ਸਮਾਜ ਪ੍ਰਤੀ ਗੈਰ ਜ਼ਿੰਮੇਵਾਰ ਹੋਗੇ, ਉਦੋਂ ਸਮਾਜ ਬਰਬਾਦ ਹੋ ਜਾਏਗਾ। ਮੁਲਕ ਪ੍ਰਤੀ ਗੈਰ ਜ਼ਿੰਮੇਵਾਰ ਹੋਗੇ, ਮੁਲਕ ਬਰਬਾਦ ਹੋ ਜਾਏਗਾ। ਇਹ ਜ਼ਿੰਮੇਵਾਰੀ ਤੇ ਲੋਕਾਂ ਦੀ ਹੈ। ਇਹ ਚੰਦ ਕੁ ਲੋਕਾਂ ਦੀ ਨਹੀਂ ਜਿਨ੍ਹਾਂ ਨੂੰ ਤਖਤਾਂ ਤੇ ਬਿਠਾਇਆ, ਇਹ ਲੋਕਾਂ ਦੀ ਹੈ। ਲੋਕ ਗੈਰ ਜ਼ਿੰਮੇਵਾਰ ਨੇ। ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਪਤਾ ਹੀ ਨਹੀਂ ਹੈ ਕਿ ਅਸੀਂ ਕਿਸ ਤਰੀਕੇ ਨਾਲ ਆਪਣੇ ਮੁਲਕ ਨੂੰ ਚਲਾਉਣਾ। ਅਸੀਂ ਕਹਿੰਦੇ ਕਿ ਇਹੀ ਚਲਾਉਣਗੇ। ਇਸ ਕਰਕੇ ਉਹਦਾ ਫਲ ਹੁਣ ਮਿਲ ਰਿਹਾ, ਆਪਾਂ ਦੇਖਦੇ ਹਾਂ। ਉਹਦਾ ਫਲ ਭੋਗਣਾ ਪੈ ਰਿਹਾ। ਬਾਬਾ ਕਬੀਰ ਫਰੀਦ ਸਾਹਿਬ ਜੀ ਕਹਿੰਦੇ ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ। ਕੋਈ ਵੇਲਾ, ਕੋਈ ਟਾਈਮ ਹੁੰਦਾ ਹੈ ਕਿਸੇ ਕੰਮ ਦੀ ਤਿਆਰੀ ਦਾ, ਤੇ ਪ੍ਰਮਾਤਮਾ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ ਕਿ ਆਪਾਂ ਜਾਣਾ ਤੇ ਸਾਰਿਆਂ ਨੇ ਇਸ ਧਰਤੀ ਤੋਂ। ਬਈ ਹਰ ਕਿਸੇ ਨੂੰ, ਹਰ ਮਨੁੱਖ ਦੀ ਜ਼ਿੰਦਗੀ 'ਚ ਉਹ ਔਖਾ ਸਮਾਂ ਆਉਣਾ ਹੀ ਆਉਣਾ, ਉਹਨੂੰ ਕੋਈ ਟਾਲ ਨਹੀਂ ਸਕਦਾ। ਸਮੁੰਦਰ ਹੈ, ਇੱਥੇ ਲਹਿਰਾਂ ਉੱਠਣੀਆਂ ਨੇ, ਘੁੰਮਣ ਘੇਰੀਆਂ ਉੱਠਣੀਆਂ ਨੇ, ਇਹਨੂੰ ਨਹੀਂ ਕੋਈ ਰੋਕ ਸਕਦਾ। ਤੇ ਸਤਿਗੁਰੂ ਜੀ ਕਹਿੰਦੇ ਜਦੋਂ ਪਤਾ ਹੈ ਕਿ ਸਮੁੰਦਰ ਸਾਡਾ ਘਰ ਹੈ ਤੇ ਆਪਾਂ ਬੇੜਾ ਤਿਆਰ ਕਰ ਲਈਏ ਜੇ ਸਮੁੰਦਰ ਦੇ ਕੰਢੇ ਤੇ ਰਹਿੰਦੇ ਹਾਂ।
ਦੁੱਖਾਂ ਤੋਂ ਬਚਣ ਲਈ ਅਸੀਂ ਬੇੜਾ ਕੀ ਤਿਆਰ ਕਰਦੇ, ਪੈਸਾ ਇਕੱਠਾ ਕਰ ਲਓ, ਉਹ ਵੀ ਝੂਠ ਬੋਲ ਬੋਲ ਕੇ, ਉਹ ਵੀ ਬੇਈਮਾਨੀ ਕਰ ਕਰਕੇ ਕਰ ਲਓ, ਰੁਤਬੇ ਲੈ ਲਓ। ਰੇਤ ਦੇ ਨਾਲ ਖੜੀਆਂ ਕੀਤੀਆਂ ਹੋਈਆਂ ਕੰਧਾਂ ਜਿਹੜੀਆਂ ਨੇ ਡਿੱਗਦੀਆਂ ਹੀ ਨੇ। ਪਰਮਾਤਮਾ ਕਿਸੇ ਨੂੰ ਦੁੱਖ ਨਹੀਂ ਦਿੰਦਾ, ਪਰਮਾਤਮਾ ਕਿਸੇ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ। ਦੁਖੀ ਬੰਦਾ ਕਦੋਂ ਹੁੰਦਾ? ਆਮ ਇੱਕ ਗੱਲ ਹੈ ਜੀ, ਭੁਚਾਲ ਦੇ ਨਾਲ ਦੁਨੀਆ ਮਰ ਜਾਂਦੀ। ਭੁਚਾਲ ਨਾਲ ਦੁਨੀਆ ਬਿਲਕੁਲ ਨਹੀਂ ਮਰਦੀ, ਭੁਚਾਲ ਨਾਲ ਦੁਨੀਆ ਨਹੀਂ ਮਰਦੀ। ਭੁਚਾਲ ਤਾਂ ਸਮੁੰਦਰਾਂ 'ਚ ਵੀ ਆਉਂਦੇ, ਉੱਥੇ ਤੇ ਕੋਈ ਮੱਛੀਆਂ ਨਹੀਂ ਮਰਦੀਆਂ। ਸਮੁੰਦਰ 'ਚ ਬਹੁਤ ਭੁਚਾਲ ਆਉਂਦੇ ਨੇ, ਧਰਤੀ ਨਾਲੋਂ ਜ਼ਿਆਦਾ, ਉੱਥੇ ਕੋਈ ਮੱਛੀਆਂ ਨਹੀਂ ਮਰਦੀਆਂ। ਭੁਚਾਲ ਜੰਗਲਾਂ 'ਚ ਬੜੇ ਆਉਂਦੇ, ਉੱਥੇ ਕੋਈ ਪੰਛੀ ਨਹੀਂ ਮਰਦੇ। ਬੰਦੇ ਹੀ ਕਿਉਂ ਮਰਦੇ ਨੇ? ਬੰਦੇ ਮਰਦੇ ਨੇ ਬੇਈਮਾਨੀ ਨਾਲ ਬਣਾਈਆਂ ਹੋਈਆਂ ਇਮਾਰਤਾਂ ਦੇ ਡਿੱਗਣ ਦੇ ਨਾਲ। ਉਹ ਜਿਹੜੀਆਂ ਖੋਟੀ ਨੀਤੀ ਨਾਲ ਬਣੀਆਂ, ਦੇਖਦੇ ਪੁਲ ਬਣਦਾ ਹੈ ਤੇ ਉਦੋਂ ਬਾਅਦ ਟੁੱਟ ਜਾਂਦਾ ਹੈ। ਇਹ ਤਰੱਕੀ ਹੈ ਸਾਡੇ ਮੁਲਕ ਦੀ। ਇਸ ਕਰਕੇ ਬੰਦੇ ਮਰਦੇ ਨੇ ਆਪਣੀ ਬੇਈਮਾਨੀ ਦੇ ਨਾਲ ਤਿਆਰ ਕੀਤੀਆਂ ਹੋਈਆਂ ਇਮਾਰਤਾਂ ਦੇ ਹੇਠਾਂ ਆ ਕੇ। ਭੁਚਾਲ ਨਾਲ ਨਹੀਂ ਮਰਦੇ। ਭੁਚਾਲ ਨਾਲ ਤੁਸੀਂ ਆਮ ਖੜੇ ਹੋ, ਕਿੱਥੇ ਮਰੋਗੇ ਤੁਸੀਂ? ਧਰਤੀ ਤੇ ਮਰ ਥੋੜੋ ਸਕਦੇ ਭੁਚਾਲ ਨਾਲ। ਮਰਦਾ ਬੰਦਾ ਉਦੋਂ ਹੈ ਜਦੋਂ ਇਮਾਰਤਾਂ ਡਿੱਗਦੀਆਂ ਨੇ, ਜਿਹੜੀਆਂ ਆਪਾਂ ਇਮਾਨਦਾਰੀ ਨਾਲ ਨਹੀਂ ਬਣਾਈਆਂ। ਦੁੱਖ ਜ਼ਿੰਦਗੀ 'ਚ ਨਹੀਂ ਆਉਂਦੇ, ਕੋਈ ਵੀ ਆਉਣੇ ਨੇ। ਪਰਮਾਤਮਾ ਦੁਖੀ ਨਹੀਂ ਕਰਨਾ ਚਾਹੁੰਦਾ। ਅਸੀਂ ਦੁਖੀ ਕਦੋਂ ਹੁੰਦੇ ਹਾਂ? ਜੋ ਸਾਡੇ ਕੀਤੇ ਹੋਏ ਕਰਮ ਨੇ। ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣਿਆਂ। ਰੱਬ ਨੇ ਜ਼ਿੰਦਗੀ ਦਿੱਤੀ ਸੀ ਬੇੜਾ ਤਿਆਰ ਕਰਨ ਦੇ ਲਈ ਕਿ ਇਮਾਨਦਾਰ ਹੋ ਜਾਓ, ਸੱਚ ਦੇ ਮਾਰਗ ਤੇ ਚੱਲੋ, ਮਨੁੱਖਤਾ ਦੀ ਸੇਵਾ ਕਰੋ, ਜ਼ਿੰਦਗੀ 'ਚ ਕੋਈ ਧਰਮ ਦਾ ਕਰਮ ਕਰੋ। ਪਰ ਗੁਰਬਾਣੀ ਤਾਂ ਕਹਿੰਦੀ ਧਰਮ ਪੰਖ ਕਰ ਉੱਡ ਰਿਹਾ। ਧਰਮ ਸਥਾਨਾਂ ਤੇ ਵੀ ਧਰਮ ਲੱਭਣਾ ਔਖਾ ਹੋ ਗਿਆ। ਇੱਥੇ ਥਾ ਨਸ਼ਟ ਜਗ ਪ੍ਰਿਸ਼ਟ ਹੋਏ, ਡੂਬਤਾ ਇਵ ਜਗ। ਦੁਨੀਆ ਡੁੱਬਦੀ ਕਦੋਂ ਹੈ? ਜਦੋਂ ਧਰਮ ਤੇ ਧਰਮ ਸਥਾਨਾਂ ਤੇ ਰਹਿਣ ਵਾਲੇ ਲੋਕ ਹੀ ਭ੍ਰਿਸ਼ਟ ਹੋ ਜਾਣ। ਆਪਾਂ ਦੇਖਦੇ ਹੀ ਹਾਂ, ਧਰਮ ਸਥਾਨਾਂ ਤੇ ਬੈਠੇ ਲੋਕ ਵੀ ਰਾਜਨੀਤਿਕਾਂ ਦੀ ਬੋਲੀ ਬੋਲਦੇ ਨੇ, ਉਹਨਾਂ 'ਚ ਵੀ ਸੱਚ ਬੋਲਣ ਦੀ ਜੁਰਤ ਹੀ ਨਹੀਂ ਰਹਿ ਗਈ। ਜਿਸ ਮੁਲਕ ਨੂੰ ਕਿਹਾ ਜਾਂਦਾ ਹੈ ਕਿ ਸਾਡਾ ਮੁਲਕ ਧਾਰਮਿਕ ਮੁਲਕ ਹੈ, ਉੱਥੇ ਕੋਈ ਧਰਮੀ ਬੰਦਾ ਹੈ ਹੀ ਨਹੀਂ ਜਿਹੜਾ ਸੱਚ ਬੋਲੇ, ਜਿਹੜਾ ਕਹਿ ਸਕੇ ਕਿ ਬਾਬਰ ਤੂੰ ਜਾਵਰ ਹੈ ਕਿਸੇ ਜ਼ਰੂਰਤ ਤੇ ਕਹਿਣ ਦੀ। ਇਹਦੇ ਬਾਬਾ ਨਾਨਕ ਕਹਿ ਸਕਦਾ ਬਾਬਰ ਤੂੰ ਜਾਵਰ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਸਾਡੇ ਡੁੱਬਣ ਦਾ, ਦੁੱਖਾਂ ਦਾ ਕਾਰਨ ਹੈ ਸਾਡੇ ਆਪਣੇ ਕੀਤੇ ਹੋਏ ਕੰਮ। ਅਸੀਂ ਕੰਮ ਤੇ ਵਧੀਆ ਕੀਤਾ ਹੀ ਨਹੀਂ, ਬੇੜਾ ਤੇ ਤਿਆਰ ਕੀਤਾ ਹੀ ਨਹੀਂ। ਜਦੋਂ ਵੇੜਾ ਸੀ ਉਹਨੂੰ ਸੰਭਾਲਿਆ ਹੀ ਨਹੀਂ। ਬਾਬਾ ਫਰੀਦ ਸਾਹਿਬ ਜੀ ਨੇ ਇੱਕ ਹੋਰ ਬਚਨ ਕਿਹਾ ਹੈ, ਜਾਂ ਤੋ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਓ। ਜਦੋਂ ਤੇ ਖੱਟੀ ਖੱਟਣ ਦਾ ਵੇੜਾ ਸੀ ਉਦੋਂ ਦੁਨੀਆਦਾਰੀ 'ਚ ਖਚਤ ਰਿਹਾ। ਜਦੋਂ ਜਮਦੂਤ ਆ ਕੇ ਸਿਰ ਤੇ ਖੜੇ ਹੋ ਗਏ, ਉਦੋਂ ਕਹਿੰਦੇ ਲਿਆਓ ਜੀ ਕੋਈ ਸੁਖਮਨੀ ਸਾਹਿਬ ਸੁਣਾ ਦਿਓ, ਕੋਈ ਆਹ ਸੁਣਾ। ਚੰਗੀ ਗੱਲ ਹੈ, ਪਰ ਹੁਣ ਸੁਖਮਨੀ ਸਾਹਿਬ ਸੁਣਿਆ ਤੇ ਕੁਝ ਨਹੀਂ ਬਣਨਾ। ਇਹ ਨਹੀਂ ਕਿ ਨੇੜੇ ਹੋ ਕੇ ਸੁਖਮਨੀ ਸਾਹਿਬ ਪੜਾਂਗੇ ਤੇ ਹੁਣ ਕੋਈ ਜਮਦੂਤ ਛੱਡ ਜਾਣਗੇ ਜਾਂ ਹੁਣ ਕੋਈ ਦੁੱਖਾਂ ਤੋਂ ਬਚ ਜਾਏਗਾ। ਇਹ ਨਹੀਂ ਹੋਣਾ। ਇਹ ਤਾਂ ਪਹਿਲਾਂ ਤੋਂ ਸੁਖਮਨੀ ਸਾਹਿਬ ਸੁਣਨਾ ਪੈਣਾ, ਪਹਿਲਾਂ ਤੋਂ ਗੁਰੂ ਦੇ ਨਾਲ ਸਾਂਝ ਬਣਾਉਣੀ ਪੈਣੀ ਹੈ। ਦੇਖੋ ਬਾਬਾ ਨਾਮਦੇਵ ਸਾਹਿਬ ਜੀ ਕਹਿੰਦੇ ਨੇ ਕਿ ਪ੍ਰਮਾਤਮਾ ਇਹ ਸੰਸਾਰ ਜਿੱਥੇ ਮੈਂ ਆ ਗਿਆ ਨਾ, ਸੰਸਾਰ ਸਮੁੰਦੇ ਤਾਰ ਗੋਬਿੰਦੇ। ਹੇ ਗੋਬਿੰਦ ਜੀਓ, ਇਹ ਭਉ ਸਾਗਰ ਸੰਸਾਰ ਸਮੁੰਦਰ ਜਿੱਥੇ ਝੜ ਝੱਖੜ ਉਹ ਹਾੜ ਲਹਿਰੀ ਲਹਿਵੈਨ ਅਲਖੇਸਰੀ, ਜਿੱਥੇ ਅਨੇਕਾਂ ਲਹਿਰਾਂ ਉੱਠ ਰਹੀਆਂ ਨੇ, ਝੱਖੜ ਉੱਠ ਰਹੇ ਨੇ, ਇਹਦੇ ਤੋਂ ਕਿਰਪਾ ਕਰਕੇ ਆਪ ਹੀ ਸਾਨੂੰ ਤਾਰ ਲਓ। ਕਿਉਂਕਿ ਤਾਰ ਲੈ ਬਾਪ ਬੀਠਲਾ। ਇਹ ਸਰਵ ਵਿਆਪਕ ਪਰਮ ਪਿਤਾ ਪ੍ਰਮਾਤਮਾ ਜੀ, ਮੇਰੇ ਪਿਤਾ ਜੀਓ, ਤੁਸੀਂ ਆਪ ਹੀ ਮੈਨੂੰ ਤਾਰ ਲਓ। ਮੈਨੂੰ ਤਰਨਾ ਨਹੀਂ ਆਉਂਦਾ। ਜਿਹਨੂੰ ਇਹ ਖਿਆਲ ਹੈ ਕਿ ਮੈਂ ਤਰ ਜਾਵਾਂਗਾ ਆਪਣੀ ਸਿਆਣਪ ਦੇ ਨਾਲ, ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਭਗਤ ਬਿਨਾਂ ਬਹੁਤ ਡੂਬੇ ਸਿਆਣੇ। ਵੱਡੇ ਵੱਡੇ ਸਿਆਣੇ ਇੱਥੇ ਡੁੱਬ ਗਏ ਸੰਸਾਰ ਸਮੁੰਦਰ ਦੇ ਅੰਦਰ। ਤੇ ਭਗਤ ਜੀ ਆਰੰਭ ਤੋਂ ਕਹਿੰਦੇ ਕਿ ਸਾਡੇ ਡੁੱਬਣ ਦਾ ਕਾਰਨ ਕੀ ਹੈ, ਅਸੀਂ ਕਿਵੇਂ ਡੁੱਬਦੇ ਹਾਂ। ਲੋਭ ਲਹਿਰ ਅਤ ਨੀਜਰ ਬਾਜੈ, ਕਾਇਆ ਡੂਬੈ ਕੇਸਵਾ। ਇਹ ਪਰਮ ਪਿਤਾ ਵਾਹਿਗੁਰੂ ਜੀ, ਇਸ ਸਮੁੰਦਰ ਦੇ ਅੰਦਰ ਲੋਭ ਦੀਆਂ ਵੱਡੀਆਂ ਵੱਡੀਆਂ ਲਹਿਰਾਂ ਉੱਠ ਰਹੀਆਂ ਨੇ। ਲੋਭ ਦਾ ਅਰਥ ਇਹ ਹੈ ਕਿ ਆਪਣੀ ਮਿਹਨਤ ਦੇ ਨਾਲ ਜੋ ਕੁਝ ਮਿਲ ਰਿਹਾ ਹੈ ਉਹਦੇ ਤੇ ਸੰਤੁਸ਼ਟ ਨਾ ਹੋਣਾ, ਤੇ ਜੋ ਅਪ੍ਰਾਪਤ ਵਸਤੂ ਹੈ ਉਹਨੂੰ ਪ੍ਰਾਪਤ ਕਰਨ ਦੇ ਲਈ ਜਾਇਜ਼ ਨਜਾਇਜ਼ ਤਰੀਕੇ ਵਰਤਣੇ, ਝੂਠ ਵਰਤਣਾ। ਉਦੋਂ ਸਮਝੋ ਬੰਦਾ ਲੋਭ 'ਚ ਆ ਗਿਆ। ਨਜਾਇਜ਼ ਤਰੀਕਿਆਂ ਦੇ ਨਾਲ ਦੂਜਿਆਂ ਦੀਆਂ ਵਸਤੂਆਂ ਨੂੰ, ਦੂਜਿਆਂ ਦੇ ਰੁਤਬੇ ਨੂੰ ਖੋਣਾ ਚਾਹੁੰਦਾ। ਇਹ ਹੈ ਲੋਭ। ਤੇ ਲੋਭ ਬੜਾ ਭਿਆਨਕ ਹੈ। ਲੋਭ ਦੀਆਂ ਲਹਿਰਾਂ ਜਿਹੜਾ ਫਸ ਜਾਂਦਾ ਤੇ ਬਾਂਦਰ ਵਾਂਗੂ ਕਲੋਲ ਕਰਦਾ, ਨਿਕਲ ਨਹੀਂ ਸਕਦਾ। ਗੁਰਬਾਣੀ ਇਹ ਗੱਲ ਕਹਿੰਦੀ, ਲੋਭ ਵਿਕਾਰ ਜਿਨ੍ਹਾਂ ਮਨ ਲਾਗਾ ਤੇ ਨਾ ਵਿਸਰਿਆ ਪੁਰਖ ਚੰਗੇਰਾ। ਜਿਨ੍ਹਾਂ ਦੇ ਅੰਦਰ ਲੋਭ ਦਾ ਅਸਰ ਪੈ ਗਿਆ ਉਹਨਾਂ ਨੂੰ ਪਰਮਾਤਮਾ ਭੁੱਲ ਗਿਆ। ਉਹ ਨਹੀਂ ਪਰਮਾਤਮਾ ਦੀ ਪਰਵਾਹ ਕਰਦੇ। ਪਰਮਾਤਮਾ ਦੀ ਪਰਵਾਹ ਤਾਂ ਕੀ ਕਰਨੇ ਆ, ਉਹ ਮਾਂ ਪਿਓ ਦੀ ਪਰਵਾਹ ਨਹੀਂ ਕਰਦੇ, ਭੈਣ ਭਰਾ ਦੀ, ਰਿਸ਼ਤੇਦਾਰੀ ਦੀ। ਉਹਨਾਂ ਦੀਆਂ ਨਜ਼ਰਾਂ 'ਚ ਕੋਈ ਕਾਨੂੰਨ ਨਹੀਂ ਹੈ।
ਉਹਨਾਂ ਨੂੰ ਕੋਈ ਸੰਗ ਸ਼ਰਮ ਹੁੰਦੀ ਨਹੀਂ ਹੈ। ਉਹਨਾਂ ਦੀ ਜ਼ਿੰਦਗੀ ਕੋਲ ਲਾਜ ਵਾਲੀ ਗੱਲ ਹੁੰਦੀ ਨਹੀਂ ਕਿ ਦੁਨੀਆ ਸਾਨੂੰ ਕੀ ਕਹੇਗੀ। ਮਨੁੱਖ 'ਚੋਂ ਨੈਤਿਕਤਾ ਖਤਮ ਹੋ ਗਈ। ਕਦੀ ਸੋਚਦਾ ਬੰਦਾ ਕਿ ਜੇ ਮੈਂ ਕੋਈ ਕੀਤਾ ਤੇ ਸਮਾਜ ਕੀ ਕਹੇਗਾ? ਕਦੀ ਨਹੀਂ ਸੋਚਦਾ। ਕਹਿੰਦਾ ਕਹੀ ਜਾਓ ਜੋ ਕਹਿਣਾ, ਮੈਂ ਤੇ ਕਰਨਾ ਹੀ ਹੈ। ਇਸ ਕਰਕੇ ਲੋਭ ਦਾ ਅਰਥ ਕੇਵਲ ਪੈਸੇ ਲਈ ਨਹੀਂ ਹੈ ਕਿ ਪੈਸੇ ਦਾ ਲੋਭ ਹੈ। ਕਈ ਵਾਰੀ ਰੁਤਬੇ ਦਾ ਲੋਭ, ਰੁਤਬੇ ਲਈ ਬੰਦਾ ਝੂਠ ਬੋਲਦਾ, ਨਜਾਇਜ਼ ਕਰਮ ਕਰਦਾ, ਲੋਕਾਂ ਤੇ ਜ਼ੁਲਮ ਕਰਦਾ, ਇਹ ਵੀ ਲੋਭ ਹੀ ਹੈ। ਹੋਰ ਹਰ ਅਪ੍ਰਾਪਤ ਵਸਤੂ ਨੂੰ, ਭਾਵੇਂ ਉਹ ਕੋਈ ਹੈ, ਧਨ ਹੈ, ਦੌਲਤ ਹੈ, ਰੁਤਬਾ ਹੈ, ਉਹਨੂੰ ਅਪ੍ਰਾਪਤ ਵਸਤੂ ਨੂੰ ਪ੍ਰਾਪਤ ਕਰਨ ਦੇ ਲਈ ਨਜਾਇਜ਼ ਯਤਨ ਕਰਨੇ, ਸਮਝੋ ਕਿ ਇਹ ਬੰਦਾ ਲੋਭ ਵਿੱਚ ਪੈ ਗਿਆ। ਤੇ ਸਤਿਗੁਰੂ ਜੀ ਕਹਿੰਦੇ ਲੋਭ ਦੀਆਂ ਲਹਿਰਾਂ ਤੇ ਇਵੇਂ ਵੱਜ ਰਹੀਆਂ ਨੇ। ਨੀਜਰ ਦਾ ਅਰਥ ਹੁੰਦਾ ਹੈ ਚਸ਼ਮਾ। ਪਹਾੜ ਤੋਂ ਪਾਣੀ ਨਹੀਂ ਥੱਲੇ ਡਿੱਗਦਾ, ਝਰਨਾ ਵਗਦਾ ਪਹਾੜ ਦਾ, ਕਿੰਨੀ ਜ਼ੋਰ ਦੀ ਪਾਣੀ ਥੱਲੇ ਡਿੱਗਦਾ ਹੈ। ਜਾਂ ਕਿਸੇ ਝੀਲ ਦੇ ਅੰਦਰ ਵੱਡੀਆਂ ਵੱਡੀਆਂ ਤਰੰਗਾਂ ਉੱਠਦੀਆਂ ਨੇ, ਪਾਣੀ ਦੇ ਅੰਦਰ ਵੱਡੀਆਂ ਵੱਡੀਆਂ ਠਿੱਲਾਂ ਉੱਠਦੀਆਂ ਨੇ। ਉਹ ਜਿਹੜਾ ਝਰਨਾ ਉੱਤੋਂ ਦੂਰੋਂ ਡਿੱਗਦਾ ਹੈ, ਉਹਦੇ ਥੱਲੇ ਬੰਦਾ ਆਏ ਤੇ ਕਿੰਨਾ ਨੁਕਸਾਨ ਹੁੰਦਾ ਹੈ। ਲਹਿਰਾਂ ਵੱਜਣ ਦੇ ਨਾਲ ਬੰਦਾ ਡੁੱਬ ਜਾਂਦਾ ਹੈ। ਪਰਮਾਤਮਾ ਜੀ ਇਸ ਸੰਸਾਰ ਸਮੁੰਦਰ ਤੇ ਲੋਭ ਦੀਆਂ ਲਹਿਰਾਂ ਬੜੇ ਜ਼ੋਰ ਦੀ ਵੱਜ ਰਹੀਆਂ ਨੇ। ਇਹਦੇ ਤੋਂ ਬਚਣਾ ਤੇ ਬੜਾ ਔਖਾ ਹੈ। ਕੋਈ ਭਾਗਾਂ ਵਾਲਾ ਬਚਿਆ ਇਹਦੇ ਤੋਂ, ਨਹੀਂ ਤੇ ਹਰ ਬੰਦੇ ਦੇ ਮਨ 'ਚ ਲਾਲਸਾ ਕਿ ਦੂਜਿਆਂ ਦਾ ਵੀ ਮੈਨੂੰ ਮਿਲ ਜਾਏ, ਸਭ ਕੁਝ ਖੋ ਕੇ ਮੇਰਾ ਹੀ ਘਰ ਭਰ ਜਾਏ। ਇਹ ਪ੍ਰਮਾਤਮਾ ਜੀ ਲੋਭ ਲਹਿਰ ਅਤ ਮੈਂ ਨਾ ਬਹੁਤ ਜ਼ਿਆਦਾ ਨੀਜਰ ਐਨ ਝਰਨੇ ਵਾਂਗੂ ਵੱਜਦੀਆਂ ਨੇ, ਤਿੱਖੀਆਂ ਵੱਜਦੀਆਂ ਨੇ। ਕਾਇਆ ਡੂਬੈ ਕੇਸਵਾ। ਕੇਸਵਾ ਦਾ ਅਰਥ ਹੁੰਦਾ ਸੋਹਣੇ ਕੇਸਾਂ ਵਾਲਾ। ਪਰਮਾਤਮਾ ਦੇ ਪ੍ਰਥਾਏ ਬਾਬਾ ਨਾਮਦੇਵ ਸਾਹਿਬ ਜੀ ਨੇ ਜਾਂ ਹੋਰ ਭਗਤ ਜਨਾਂ ਗੁਰੂ ਸਾਹਿਬਾਂ ਨੇ ਇਹ ਸ਼ਬਦ ਕੇਸਵਾ ਭਗਤ ਜੀ ਦੀ ਬਾਣੀ 'ਚ ਕਈ ਥਾਂ ਤੇ ਆਓ ਕਲੰਦਰ ਕੇਸਵਾ ਕਰ ਅਬਦਾਲੀ ਭੇਸਵਾ। ਪਰਮਾਤਮਾ ਨੂੰ ਕੇਸਾਧਾਰੀ ਇੱਥੇ ਬਿਆਨ ਕਰ ਰਹੇ ਨੇ। ਇੱਥੇ ਬਸ ਨਹੀਂ, ਪਰਮਾਤਮਾ ਨੂੰ ਸੋਹਣੀ ਪੱਗ ਵਾਲਾ ਵੀ ਬਿਆਨ ਕੀਤਾ। ਖੂਬ ਤੇਰੀ ਪਗੜੀ ਮੀਠੇ ਤੇਰੇ ਬੋਲ। ਭਗਤ ਜੀ ਕਹਿੰਦੇ ਹੇ ਸੋਹਣੇ ਕੇਸਾਂ ਵਾਲੇ ਪਰਮ ਪਿਤਾ ਪਰਮਾਤਮਾ, ਇਹ ਸੰਸਾਰ ਸਮੁੰਦਰ 'ਚ ਬੜੀਆਂ ਤਿੱਖੀਆਂ ਜ਼ੋਰਦਾਰ ਲਹਿਰਾਂ ਚੱਲ ਰਹੀਆਂ ਨੇ ਤੇ ਮੇਰਾ ਤਾਂ ਸਰੀਰ ਇਹਦੇ 'ਚ ਡੁੱਬ ਰਿਹਾ। ਮੈਂ ਇਹ ਸਹਾਰ ਨਹੀਂ ਸਕਦਾ। ਸਰੀਰ ਕਿਵੇਂ ਡੁੱਬ ਰਿਹਾ? ਸਰੀਰ ਦਾ ਅਰਥ ਹੈ ਕਿ ਸਾਡੇ ਇੰਦਰੇ ਡੁੱਬ ਰਹੇ ਨੇ। ਕੰਨਾਂ ਨੂੰ ਲਾਲਚਾ ਕੇ ਨਿੰਦਿਆ ਸੁਣੀ ਚਲੇ ਜਾਈਏ ਆਪਾਂ, ਅੱਖਾਂ ਨੂੰ ਲਾਲਚਾ ਕੇ ਪਰ ਧਨ ਪਰ ਰੂਪ ਨੂੰ ਦੇਖੇ ਚਲੀਏ ਆਪਾਂ, ਇਹ ਲੋਭ ਹੈ। ਰਸਨਾ ਨੂੰ ਲਾਲਚਾ ਕੇ ਖਾਈ ਜਾਈਏ, ਚਸਕਿਆਂ ਮਗਰ ਪਈ ਹੋਈ ਹੈ, ਲੋਕਾਂ ਦੀ ਨਿੰਦਾ ਮਗਰ ਪਈ ਹੈ। ਇਹ ਕਾਇਆ ਡੁੱਬੇ ਕੇਸਵਾ। ਪਰਮਾਤਮਾ ਜੀ ਮੇਰੀ ਸਾਰੀ ਕਾਇਆ, ਮੇਰਾ ਸਰੀਰ ਇਹਨਾਂ 'ਚ ਡੁੱਬਦਾ ਜਾ ਰਿਹਾ, ਗਰਕ ਹੁੰਦਾ ਜਾ ਰਿਹਾ ਲੋਭ ਦੇ ਅੰਦਰ। ਇਹ ਤੋਂ ਮੈਂ ਪਾਰ ਨਹੀਂ ਨਿਕਲ ਸਕਦਾ। ਸੰਸਾਰ ਸਮੁੰਦੇ ਤਾਰ ਗੋਬਿੰਦੇ। ਹੇ ਗੋਬਿੰਦ ਜੀਓ ਮੈਨੂੰ ਇਸ ਸੰਸਾਰ ਸਮੁੰਦਰ ਤੋਂ ਕਿਰਪਾ ਕਰਕੇ ਪਾਰ ਕੱਢ ਲਓ। ਤਾਰ ਲੈ ਬਾਪ ਬੀਠਲ। ਹੇ ਸਰਵ ਵਿਆਪਕ ਬੀਠਲ ਪ੍ਰਭੂ ਜੀਓ, ਤੁਸੀਂ ਮੈਨੂੰ ਆਪ ਹੀ ਇਹਦੇ ਚੋਂ ਬਾਹਰ ਕੱਢ ਲਓ। ਰਹਾਉ ਅਨਿਲ ਬੇੜਾ ਹਉ ਖੇਵ ਨ ਸਾਕੋਂ। ਅਨਲ ਕਹਿੰਦੇ ਨੇ ਹਵਾ ਨੂੰ। ਹੇ ਵਾਹਿਗੁਰੂ ਜੀਓ, ਇਸ ਸੰਸਾਰ ਸਮੁੰਦਰ 'ਚ ਬੜੀਆਂ ਤੇਜ਼ ਹਵਾਵਾਂ ਚੱਲ ਰਹੀਆਂ ਨੇ, ਝੱਖੜ ਚੱਲ ਰਹੇ ਨੇ, ਤੇ ਮੈਂ ਆਪਣੀ ਜ਼ਿੰਦਗੀ ਦੇ ਬੇੜੇ ਨੂੰ ਅੱਗੇ ਚਲਾ ਨਹੀਂ ਸਕਦਾ। ਖੇਵ ਦਾ ਅਰਥ ਹੁੰਦਾ ਅੱਗੇ ਚਲਾਉਣਾ। ਉਹ ਚੱਪੂ ਲਾ ਕੇ ਨਹੀਂ ਆਪਾਂ ਚਲਾਉਂਦੇ ਅੱਗੇ। ਅਨਲ ਬੇੜਾ ਹਉ ਖੇਵ ਨਾ ਸਾਕੋ। ਮੈਂ ਇਸ ਝੱਖੜਾਂ ਦੀ ਹਵਾ ਦੇ ਝੱਖੜਾਂ 'ਚੋਂ ਆਪਣੀ ਜ਼ਿੰਦਗੀ ਦੇ ਇਸ ਬੇੜੇ ਨੂੰ ਅੱਗੇ ਚਲਾ ਨਹੀਂ ਸਕਦਾ। ਦੇਖੋ, ਇਹਨਾਂ ਵਿਕਾਰਾਂ ਤੋਂ ਬਚਣਾ, ਔਗਣਾਂ ਤੋਂ ਬਚਣਾ ਮਨੁੱਖ ਦੇ ਆਪਣੇ ਵੱਸ ਦੀ ਗੱਲ ਨਹੀਂ ਹੈ। ਜੇ ਬੰਦਾ ਕਹੇ ਜੀ ਮੈਂ ਆਪਣੀ ਸਿਆਣਪ ਦੇ ਨਾਲ ਹੀ ਇਹਨਾਂ ਤੋਂ ਬਚ ਜਾਵਾਂਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਕਿ 4 ਬਰਨ 54 ਕੇ ਮਰਦਨ ਖੜ ਦਰਸ਼ਨ ਕਰ ਤਲੀ ਰੇ ਸੁੰਦਰ ਸੁਗੜ ਸਰੂਪ ਸਿਆਣੇ ਪੰਚੋ ਹੀ ਮੋ ਦਲੀ ਰੇ। ਖਟ 6 ਵਰਣਾ 6 ਦਰਸ਼ਨਾਂ ਨਾਲ ਸੰਬੰਧਿਤ, 4 ਵਰਣਾਂ ਦੇ ਨਾਲ ਸੰਬੰਧਿਤ ਲੋਕ, ਹੋਰ ਵੱਡੇ ਵੱਡੇ ਸੋਹਣੇ ਸਿਆਣੇ ਸੁਗੜ ਜਵਾਨ ਬਲਵਾਨ ਵਿਦਵਾਨ। ਗੁਰਬਾਣੀ ਕਹਿੰਦੀ ਪੰਜਾਂ ਨੇ ਆਪਣੀ ਤਲੀ ਤੇ ਮਲ ਦਿੱਤਾ। ਇਹਨਾਂ ਦੇ ਅੱਗੇ ਕਿਸੇ ਦੀ ਕੋਈ ਪੇਸ਼ ਨਹੀਂ ਜਾਂਦੀ। ਇਹ ਤੇ ਜਦੋਂ ਅਸੀਂ ਪੁਰਾਤਨ ਗ੍ਰੰਥਾਂ ਨੂੰ ਪੜ੍ਹਦੇ ਹਾਂ, ਇੱਥੇ ਤੇ ਸਰਪਣੀ ਤੇ ਉੱਪਰ ਨਹੀਂ ਬਲੀਆ ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲੀਆ। ਬ੍ਰਹਮਾ ਵਿਸ਼ਨੂੰ ਮਹਾਦੇਵ 3 ਮੁੱਖ ਦੇਵਤੇ ਹਿੰਦੂ ਸੰਸਕ੍ਰਿਤੀ 'ਚ ਗਿਣੇ ਜਾਂਦੇ ਨੇ। ਤੇ ਗੁਰਬਾਣੀ ਕਹਿੰਦੀ ਇਹ ਵੀ ਛਲੇ ਗਏ, ਇਹਨਾਂ ਤੇ ਵੀ ਮਾਇਆ ਦਾ ਪ੍ਰਭਾਵ ਪੈ ਗਿਆ, ਇਹ ਵੀ ਇਹਨਾਂ ਠਿੱਲਾਂ ਤੋਂ ਬਚ ਨਾ ਸਕੇ। ਤੇ ਅਸੀਂ ਤੇ ਹੈ ਹੀ ਕਮਜ਼ੋਰ ਹਾਂ, ਅਸੀਂ ਕਿਵੇਂ ਇਹਨੂੰ ਪਾਰ ਕਰ ਲਾਂਗੇ? ਕੋਈ ਬੰਦਾ ਕਹੇ ਜੀ ਮੈਂ ਤੇ ਗੁਰੂ ਦੀ ਮੱਤ ਤੋਂ ਬਿਨਾਂ ਹੀ ਦੁੱਖਾਂ ਤੋਂ ਬਚ ਜਾਵਾਂਗਾ,
ਕਹਿਣ ਦਾ ਅਧਿਕਾਰ ਹੈ ਬੰਦੇ ਨੂੰ, ਆਪਣੀ ਜ਼ਿੰਦਗੀ ਰੱਬ ਨੇ ਦਿੱਤੀ, ਜਿੱਦਾਂ ਮਰਜ਼ੀ ਜਿਓ, ਕਿਸੇ ਨੂੰ ਫੋਰਸ ਨਹੀਂ ਕਰਦੀ ਗੁਰਬਾਣੀ। ਪਰ ਇਹ ਸੱਚ ਹੈ ਕਿ ਬੰਦਾ ਆਪਣੀ ਮੱਤ ਦੇ ਨਾਲ ਪਾਰ ਨਹੀਂ ਉਤਰ ਸਕਦਾ। ਵਾਰ-ਵਾਰ ਸਤਿਗੁਰੂ ਜੀ ਨੇ ਕਿਹਾ ਗੁਰ ਕੀ ਮੱਤ ਤੂੰ ਲੈ ਇਆਨੇ। ਮਨੁੱਖ ਨਿਆਣਾ ਹੀ ਹੈ, ਜਿੰਨਾ ਮਰਜ਼ੀ ਪੜ੍ਹ ਜਾਏ ਬੰਦਾ, ਡਿਗਰੀਆਂ ਲੈ ਲੇ। ਅੱਜ ਜਿਹੜਾ ਯੁੱਗ ਇਹਨੂੰ ਕਹਿੰਦੇ ਜੀ ਐਜੂਕੇਸ਼ਨ ਦਾ ਯੁੱਗ ਹੈ, ਇਨਫੋਰਮੇਸ਼ਨ ਦਾ ਯੁੱਗ ਆਪਾਂ ਕਹਿੰਦੇ ਆ ਨਾ। ਤੇ ਤੁਸੀਂ ਇਮਾਨਦਾਰੀ ਨਾਲ ਝਾਤ ਮਾਰ ਲਓ, ਅੱਜ ਤੋਂ 100 ਸਾਲ ਪਿੱਛੇ ਜਦੋਂ ਬੰਦੇ ਕੋਲ ਏਡੀਆਂ ਡਿਗਰੀਆਂ ਨਹੀਂ ਸਨ, ਬੰਦਾ ਬੜਾ ਖੁਸ਼ ਸੀ। ਸਮਾਜ 'ਚ ਇੰਨਾ ਡਿਪਰੈਸ਼ਨ ਨਹੀਂ ਸੀ, ਇੰਨੀ ਚਿੰਤਾ ਨਹੀਂ ਸੀ। ਸਮਾਜ ਵਿੱਚ ਭਾਈਚਾਰਾ ਸੀ ਉਦੋਂ। ਸਮਾਜ ਵਿੱਚ ਇੱਕ ਦੂਜੇ ਦੇ ਦੁੱਖ ਦਰਦ ਨੂੰ ਸਮਝਦੇ ਸਨ, ਮਦਦ ਕਰਦੇ ਸਨ। ਤੇ ਅੱਜ ਅਸੀਂ 21ਵੀਂ ਸਦੀ 'ਚ ਹੁਣ ਤਰੱਕੀ ਕਰ ਗਏ ਹਾਂ। ਹੁਣ ਕੀ ਹੈ, ਇੱਥੇ ਕੋਈ ਕਿਸੇ ਦਾ ਮਦਦਗਾਰ ਹੀ ਨਹੀਂ ਹੈ। ਇੱਥੇ ਹਾਲਾਤ ਇਹੋ ਜਿਹੇ ਬਣ ਗਏ ਨੇ ਕਿ ਹਰ ਕੋਈ ਆਪਣੇ ਸਵਾਰਥ ਲਈ ਜੂ ਰਿਹਾ। ਹਾਲਾਤ ਇਹੋ ਜਿਹੇ ਬਣ ਗਏ ਕਿ ਬੰਦਾ ਜਿੰਨਾ ਜ਼ਿਆਦਾ ਗਿਆਨਵਾਨ ਹੋਈ ਚੱਲਿਆ ਜਾਂਦਾ ਹੈ। ਦੇਖੋ, ਜਿੰਨਾ ਸਾਡੇ ਕੋਲ ਜ਼ਿਆਦਾ ਡਿਗਰੀਆਂ ਨੇ, ਉਹਨੇ ਅਸੀਂ ਮਨ ਕਰਕੇ ਕਰਮ ਨਿਆਣਿਆਂ ਵਾਲੇ ਕਰੀ ਚਲੇ ਜਾਂਦੇ ਹਾਂ। ਜਿੰਨੀਆਂ ਉੱਚੀਆਂ ਇਮਾਰਤਾਂ ਅਸੀਂ ਬਣਾ ਲਈਆਂ, ਉਹਨੇ ਇਰਾਦੇ ਸਾਡੇ ਬੜੇ ਨੀਵੇਂ ਜਿਹੇ ਹੋ ਗਏ ਨੇ। ਜਿੰਨੀਆਂ ਖੁੱਲੀਆਂ ਸੜਕਾਂ ਅਸੀਂ ਬਣਾ ਲਈਆਂ, ਉਹਦੇ ਸਾਡੇ ਦਿਲ ਬੜੇ ਤੰਗ ਜਿਹੇ ਹੋਈ ਚਲੇ ਜਾਂਦੇ ਨੇ। ਜਿੰਨੀਆਂ ਜੇਬਾਂ ਸਾਡੀਆਂ ਰੁਪਈਆਂ ਨਾਲ ਬੈਂਕਾਂ ਭਰ ਗਈਆਂ, ਉਹਨੇ ਅੰਦਰੋਂ ਅਸੀਂ ਖਾਲੀ ਹਾਂ, ਉਹਨੇ ਬੈਠੇ ਅੰਦਰ ਸਾਡੇ ਪਿਆਰ ਹੀ ਨੇ ਕਿਸੇ ਦੇ ਪ੍ਰਤੀ। ਕਾਹਦੀ ਤਰੱਕੀ ਹੈ? ਤਰੱਕੀ ਕਰਨੀ ਸੀ ਮਨੁੱਖ ਨੇ, ਤਰੱਕੀ ਕਰਨ ਲਈ ਮਨੁੱਖ ਆਇਆ, ਤਰੱਕੀ ਦਾ ਅਧਿਕਾਰ ਹੈ ਮਨੁੱਖ ਨੂੰ। ਪਰ ਤਰੱਕੀ ਕਰਨੀ ਸੀ ਮਨੁੱਖ ਨੇ ਆਤਮਿਕ ਜੀਵਨ ਦੇ ਵਿੱਚ, ਤਰੱਕੀ ਕਰਨੀ ਸੀ ਮਨੁੱਖ ਨੇ ਨੈਤਿਕਤਾ ਦੇ ਪੱਖ ਤੋਂ। ਨੈਤਿਕਤਾ ਦੇ ਪੱਖ ਤੋਂ ਤੇ ਮਨੁੱਖ ਡਿੱਗ ਗਿਆ, ਨਿਗਰ ਗਿਆ, ਡੁੱਬ ਗਿਆ। ਜਿੱਧਰ ਨਜ਼ਰ ਮਾਰੋ ਤੁਸੀਂ, ਬਾਬਾ ਨਾਨਕ ਜੀ ਦਾ ਇਹ ਬਚਨ ਹੁਣ ਬਹੁਤਾ ਸਾਰਥਕ ਹੈ ਕਿ ਨਾਨਕ ਦੁਨੀਆ ਕੈਸੀ ਹੋਈ, ਦੁਨੀਆ ਕਿਹੋ ਜਿਹੀ ਬਣ ਗਈ ਹੈ। ਸਾਲਕ ਮਿਤ ਨਾ ਰਹਿਓ ਕੋਈ। ਕਈ ਲੋਕੀ ਜਿਨ੍ਹਾਂ ਨੂੰ ਗਿਆਨ ਨਹੀਂ ਹੈ, ਜਿਵੇਂ ਕਹਿ ਲਓ ਕਿ ਜਿਹੜੇ ਹੋਛੀ ਮਤ ਵਾਲੇ ਨੇ, ਉਹ ਪਤਾ ਕੀ ਕਹਿੰਦੇ ਜੀ, 21ਵੀਂ ਸਦੀ 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਸਾਰਥਕ ਨਹੀਂ ਰਹਿਣੀ। ਇੱਕ ਪਾਗਲ ਜਿਹਾ ਸੀ, ਉਹਨੇ ਲਿਖੀ ਸੀ ਇੱਕ ਕਿਤਾਬ, 21ਵੀਂ ਸਦੀ 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਰਥਕ ਨਹੀਂ ਰਹਿਣੀ ਜੀ। ਹੋਰ ਵੀ ਬਹੁਤ ਕੁਝ ਨੇ ਕਹਿਣ ਵਾਲੇ ਜੀ। ਹੁਣ ਤੇ ਧਰਮ ਦੀ ਲੋੜ ਹੀ ਨਹੀਂ ਰਹਿਣੀ, ਮਨੁੱਖ ਨੇ ਇੰਨੀ ਤਰੱਕੀ ਕਰ ਲਈ, ਹੁਣ ਧਰਮ ਦੀ ਕਾਹਦੀ ਲੋੜ ਹੈ? ਉਹ ਕਹਿੰਦੇ ਜੀ ਧਰਮ ਦੀ ਲੋੜ ਤੇ ਸਾਰੇ ਵਿਹਲੜ ਬੰਦਿਆਂ ਨੂੰ, ਉਹਨਾਂ ਨੂੰ ਧਰਮ ਦੇ ਅਰਥਾਂ ਦਾ ਹੀ ਨਹੀਂ ਪਤਾ। ਉਹਨਾਂ ਨੂੰ ਬਿਲਕੁਲ ਧਰਮ ਦੀ ਵਿਆਖਿਆ ਦਾ ਨਹੀਂ ਪਤਾ। ਧਰਮ ਦਾ ਅਰਥ ਹੁੰਦਾ ਹੈ ਜ਼ਿੰਦਗੀ 'ਚ ਧਾਰਨ ਯੋਗ ਗੁਣ। ਧਰਮ ਦਾ ਅਰਥ ਕੋਈ ਭੇਖ ਨਹੀਂ ਹੈ, ਧਰਮ ਦਾ ਅਰਥ ਕੋਈ ਬਾਹਰੀ ਦਿਖਾਵਾ ਨਹੀਂ ਹੈ, ਧਰਮ ਦਾ ਅਰਥ ਕੋਈ ਬਾਹਰਲੇ ਧਰਮ ਅਸਥਾਨਾਂ ਤੇ ਬਹਿਣਾ ਨਹੀਂ ਹੈ। ਨੈਤਿਕਤਾ, ਮਨੁੱਖਤਾ, ਇਹਨੂੰ ਧਰਮ ਕਿਹਾ ਜਾਂਦਾ। ਤੇ ਜਿਉਂ-ਜਿਉਂ ਹਨੇਰਾ ਵਧੇ, ਸੂਰਜ ਦੀ ਲੋੜ ਬਹੁਤੀ ਹੁੰਦੀ ਹੈ। ਇੱਕ ਗੱਲ ਤੁਸੀਂ ਮਾਣ ਮਹਿਸੂਸ ਕਰਿਓ, ਜਿਹੜਾ ਮਨੁੱਖ ਕਹਿੰਦਾ ਮੈਂ 21ਵੀਂ ਸਦੀ 'ਚ ਆ ਗਿਆ, 22ਵੀਂ 23ਵੀਂ 'ਚ ਜਾਏਗਾ, ਤੇ ਇਹਨੂੰ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਲੋੜ ਮਹਿਸੂਸ ਹੋਏਗੀ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਹੈ, ਜਿਹਨੇ ਸਮਾਜ ਦੇ ਵਿੱਚ ਏਕਤਾ ਪੈਦਾ ਕਰਨੀ ਹੈ, ਜਿਹਨੇ ਮਨੁੱਖਤਾ ਦੇ ਭਲੇ ਦੀ ਗੱਲ ਕਰਨੀ, ਜਿਹਨੇ ਨਾਮਦਾਨ ਇਸ਼ਨਾਨ ਦ੍ਰਿੜ ਕਰਾਉਣਾ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਜਿਹਨੇ ਕਹਿਣਾ ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ, ਜ਼ਿੰਦਗੀ ਦਾ ਆਨੰਦ ਮਾਣੋ ਜੇ ਸੁਖੀ ਹੋਣਾ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ, ਆਪਣੀ ਸਿਆਣਪ ਦੇ ਨਾਲ ਅਸੀਂ ਪਾਰ ਨਹੀਂ ਉਤਰ ਸਕਦੇ, ਜਿੰਨੇ ਮਰਜ਼ੀ ਅਸੀਂ ਸਿਆਣੇ ਬਣ ਜਾਈਏ। ਗੁਰੂ ਦੀ ਮੱਤ ਤੋਂ ਬਿਨਾਂ ਅਸੀਂ ਪਾਰ ਨਹੀਂ ਉਤਰ ਸਕਦੇ। ਤੇ ਬਾਬਾ ਨਾਮਦੇਵ ਸਾਹਿਬ ਜੀ ਕਹਿੰਦੇ, ਅਨਲ ਬੇੜਾ ਹਉ ਖੇਵ ਨ ਸਾਕੋ। ਇਹ ਪ੍ਰਭੂ ਜੀ, ਹਵਾਵਾਂ ਇੰਨੀਆਂ ਤੇਜ਼ ਨੇ, ਇੱਥੋਂ ਮੈਂ ਆਪਣੀ ਜ਼ਿੰਦਗੀ ਦੀ ਬੇੜੀ ਨੂੰ ਤੋਰ ਨਹੀਂ ਸਕਦਾ, ਚਲਾ ਨਹੀਂ ਸਕਦਾ। ਤੇਰਾ ਪਾਰ ਨਾ ਪਾਇਆ ਬੀਠੁਲਾ। ਇਹ ਪ੍ਰਮਾਤਮਾ ਜੀ, ਤੁਹਾਡਾ ਅੰਤ ਨਹੀਂ ਕਿਸੇ ਨੇ ਪਾਇਆ, ਤੇ ਤੁਹਾਡਾ ਜਿਹੜਾ ਬਣਾਇਆ ਹੋਇਆ ਸੰਸਾਰ ਹੈ ਨਾ, ਇਹਦਾ ਵੀ ਅੰਤ ਕਿਸੇ ਨੇ ਪਾਇਆ। ਜੇ ਕੋਈ ਕਹੇ ਜੀ ਇਸ ਤਰੀਕੇ ਦੇ ਨਾਲ ਅਸੀਂ ਦੁੱਖਾਂ ਤੋਂ ਬਚ ਜਾਵਾਂਗੇ, ਕਿਵੇਂ ਬਚ ਜਾਏਗਾ ਉਹ ਬੰਦਾ? ਗੁਰਬਾਣੀ ਕਹਿੰਦੀ ਇੱਕੋ ਇੱਕ ਤਰੀਕਾ ਹੈ ਕਿ ਆਪਾਂ ਗੁਰੂ ਦੇ ਦੱਸੇ ਮਾਰਗ ਤੇ ਚਲੀਏ। ਤੇ ਬਾਬਾ ਨਾਮਦੇਵ ਸਾਹਿਬ ਜੀ ਕਹਿੰਦੇ, ਵਾਹਿਗੁਰੂ ਜੀਓ, ਇਸ ਭਉ ਸਾਗਰ ਦੇ ਅੰਦਰ ਜਿੱਥੇ ਘਿਰੇ ਆ, ਇੱਥੇ ਜ਼ਿੰਦਗੀ ਦੀ ਬੇੜੀ ਨੂੰ ਤੋਰਨਾ ਔਖਾ ਹੈ, ਅਸੀਂ ਨਹੀਂ ਚਲਾ ਸਕਦੇ। ਇੱਕੋ ਇੱਕ ਮੇਰੀ ਅਰਦਾਸ ਹੈ ਕਿ ਹੋ ਦਿਆਲ ਸਤਿਗੁਰ ਮੇਲ ਤੂੰ ਮੋਕੋ। ਹੁਣ ਜਿਹੜੇ ਭਗਤ ਜੀ ਦੇ ਪ੍ਰਥਾਏ ਕਹਿੰਦੇ ਕਿ ਭਗਤ ਜੀ ਨੇ ਪੱਥਰ ਚੋਂ ਰੱਬ ਨੂੰ ਪਾ ਲਿਆ, ਭਗਤ ਜੀ ਨੇ ਪੱਥਰ ਨੂੰ ਦੁੱਧ ਪਿਆ ਦਿੱਤਾ, ਉਹਨਾਂ ਨੇ ਇਹ ਬਚਨ ਭਗਤ ਜੀ ਦੇ ਪੜ੍ਹੇ ਹੀ ਨਹੀਂ। ਹੁਣ ਭਗਤ ਜੀ ਕਹਿੰਦੇ, ਹੋ ਦਿਆਲ ਸਤਿਗੁਰ ਮੇਲ ਤੂੰ ਮੋਕੋ। ਵਾਹਿਗੁਰੂ ਜੀ ਮੇਰੇ ਤੇ ਦਇਆ ਦ੍ਰਿਸ਼ਟੀ ਕਰੋ, ਮੈਨੂੰ ਗੁਰੂ ਮਿਲਾ ਦਿਓ, ਸਤਿਗੁਰੂ ਮਿਲਾ ਦਿਓ, ਮੈਂ ਗੁਰੂ ਕੀ ਮੱਤ ਗ੍ਰਹਿਣ ਕਰਾਂ। ਤੇ ਭਗਤ ਜੀ ਕਹਿੰਦੇ, ਮੈਂ ਜੇ ਪਾਰ ਉਤਰਿਆ ਤੇ ਗੁਰੂ ਦੀ ਕਿਰਪਾ ਸਦਕਾ ਉਤਰਿਆ। ਗਿਆਨ ਅੰਜਨ ਮੋਕੋ ਗੁਰ ਦੀਨਾ, ਇਹ ਭਗਤ ਜੀ ਦੇ ਬਚਨ ਨੇ। ਗਿਆਨ ਅੰਜਨ ਮੋਕੋ ਗੁਰ ਦੀਨਾ, ਮੈਨੂੰ ਗੁਰੂ ਨੇ ਗਿਆਨ ਦਿੱਤਾ, ਸੋਝੀ ਦਿੱਤੀ, ਤਾਂ ਮੇਰੀ ਜ਼ਿੰਦਗੀ ਦੀ ਬੇੜੀ ਪਾਰ ਹੋ ਸਕੀ ਹੈ।
ਤੇ ਇੱਥੇ ਅਰਦਾਸ ਕਰਦੇ ਹੋ, ਦਿਆਲ ਸਤਿਗੁਰ ਵੇਲ ਤੂੰ ਮੋਕੋ। हे ਪ੍ਰਭੂ ਜੀ, ਤੁਸੀਂ ਮੇਰੇ ਤੇ ਦਇਆ ਦ੍ਰਿਸ਼ਟੀ ਕਰੋ, ਮੈਨੂੰ ਗੁਰੂ ਨਾਲ ਮਿਲਾ ਦਿਓ। ਗੁਰੂ ਨਾਲ ਮਿਲਿਆ ਜਾਂਦਾ ਰੱਬ ਦੀ ਮਿਹਰ ਸਦਕਾ। ਗੁਰੂ ਕੋਲ ਆਉਣ ਵਾਲਾ ਬੰਦਾ ਵਡਭਾਗੀ ਹੈ। ਸਤਿਗੁਰੂ ਨਾਨਕ ਸਾਹਿਬ ਜੀ ਦੇ ਬਚਨ ਕਿ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਹ ਜਿਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੀਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ। ਸਾਹਿਬ ਜੀ ਕਹਿੰਦੇ ਜਦੋਂ ਵਾਹਿਗੁਰੂ ਮਿਹਰ ਕਰੇ ਉਦੋਂ ਬੰਦਾ ਗੁਰੂ ਕੋਲ ਆਉਂਦਾ। ਸਮਝੋ ਗੁਰੂ ਦੇ ਬਾਣੀ ਨਾਲ ਜੁੜ ਗਏ, ਗੁਰੂ ਕੇ ਬਚਨਾਂ ਤੇ ਤੁਰ ਪਏ ਤੇ ਸਾਡੇ ਭਾਗ ਜਾਗ ਪਏ ਨੇ, ਅਸੀਂ ਵਡਭਾਗੀ ਬਣ ਗਏ ਹਾਂ। ਬਾਬਾ ਨਾਮਦੇਵ ਸਾਹਿਬ ਜੀ ਕਹਿੰਦੇ ਕਿ ਮੈਨੂੰ ਵਾਹਿਗੁਰੂ ਜੀ ਕਿਰਪਾ ਕਰਕੇ ਗੁਰੂ ਨਾਲ ਮਿਲਾ ਦਿਓ। ਪਾਰ ਉਤਾਰੇ ਕੇਸਵਾ, हे ਕੇਸਵ ਪ੍ਰਭੂ ਜੀਓ, ਤਾਂ ਕਿ ਮੈਨੂੰ ਮੇਰਾ ਗੁਰੂ ਜਿਹੜਾ ਹੈ ਗਿਆਨ ਦੇ ਕੇ ਪਾਰ ਉਤਾਰ ਦੇਵੇ। ਪਾਰ ਕਿੱਥੋਂ ਉਤਰਨਾ ਹੈ? ਦੇਖੋ ਸਰੀਰ ਤਾਂ ਨਾਲ ਕਿਸੇ ਦਾ ਜਾਂਦਾ ਨਹੀਂ, ਅਸੀਂ ਕਿਹੜਾ ਪਾਣੀ ਚ ਜਿੱਥੋਂ ਪਾਰ ਉਤਰਨਾ। ਪਾਰ ਉਤਰਨੇ ਸੁਰਤ ਨੇ। ਸਾਡੀ ਜਿਹੜੀ ਸੁਰਤ ਔਗਣਾਂ ਚ ਬੁਰਾਈਆਂ ਚ ਖਚਤ ਹੋਈ ਬੈਠੀ ਹੈ, ਸਾਡੀ ਜਿਹੜੀ ਸੁਰਤ ਚਿੰਤਾਵਾਂ ਚ ਡੁਬਕੀਆਂ ਮਾਰ ਰਹੀ ਹੈ, ਇਹਨੂੰ ਸੁਰਤ ਨੂੰ ਚਿੰਤਾ ਤੋਂ ਬਾਹਰ ਕੱਢਣਾ ਪਾਰ ਉਤਰਨਾ ਹੈ। ਸੁਰਤ ਨੂੰ ਔਗਣਾਂ ਤੋਂ ਬਚਾਉਣਾ, ਇਹ ਬਾਹਰ ਉਤਰਨਾ ਹੈ। ਤੇ ਗੁਰਬਾਣੀ ਕਹਿੰਦੀ ਕਿ ਜੇ ਤੁਸੀਂ ਸੁਰਤ ਨੂੰ ਉੱਚੀਆਂ ਉਠਾਉਣਾ ਚਾਹੁੰਦੇ ਹੋ, ਉਹਦੇ ਲਈ ਇੱਕੋ ਇੱਕ ਸਾਧਨ ਹੈ, ਗੁਰੂ ਕਾ ਸ਼ਬਦ। ਦੇਖੋ ਦੁਨਿਆਵੀ ਤੌਰ ਤੇ ਤੁਸੀਂ ਚਿੰਤਤ ਹੋ, ਫਿਕਰਮੰਦ ਹੋ, ਬੜੀਆਂ ਮੁਸ਼ਕਲਾਂ 'ਚ ਘਿਰੇ ਹੋ, ਤੇ ਕੋਈ ਬੰਦਾ ਆ ਕੇ ਤੁਹਾਨੂੰ ਦਿਲਾਸਾ ਦੇਵੇ, ਕੋਈ ਹੌਸਲਾ ਦੇਵੇ ਨਾ, ਤੁਸੀਂ ਕਹਿੰਦੇ ਤੇਰੀਆਂ ਗੱਲਾਂ ਨਾਲ ਕੁਝ ਧੀਰ ਜੀ ਵੱਜੀ ਹੈ, ਵੀ ਹੌਸਲਾ ਮਿਲਿਆ। ਕੋਈ ਅੰਦਰ ਸ਼ਕਤੀ ਜੀ ਆਈ ਤੇਰੀਆਂ ਗੱਲਾਂ ਸੁਣ ਕੇ, ਉਹਨੇ ਦਿੱਤਾ ਕੁਝ ਨਹੀਂ ਹੈ। ਇੱਕ ਗੱਲ ਇਹ ਵੀ ਯਾਦ ਰੱਖੀਏ, ਜਦੋਂ ਵੀ ਅਸੀਂ ਉਤਰਨਾ ਆਪ ਉਤਰਨਾ, ਸਾਨੂੰ ਕਿਸੇ ਨੇ ਨਹੀਂ ਉਤਾਰਨਾ। ਜਦੋਂ ਵੀ ਅਸੀਂ ਦੁੱਖਾਂ ਤੋਂ ਬਚਣਾ ਆਪ ਬਚਣਾ। ਜਦੋਂ ਅਸੀਂ ਸੁੱਖ ਮੰਨਣਾ ਆਪ ਮੰਨਣਾ। ਕਿਸੇ ਮਨੁੱਖ ਨੇ, ਕਿਸੇ ਰਿਸ਼ਤੇਦਾਰ ਨੇ ਸਾਨੂੰ ਸੁੱਖ ਨਹੀਂ ਦੇਣਾ ਜਾਂ ਸਾਨੂੰ ਦੁੱਖਾਂ ਤੋਂ ਬਾਹਰ ਨਹੀਂ ਕੱਢਣਾ, ਉਹ ਤੇ ਆਪ ਦੁਖੀ ਨੇ। ਉਹ ਤੇ ਆਪ ਦੁਖੀ ਨੇ। ਜਿੱਧਰ ਮਰਜ਼ੀ ਨਜ਼ਰ ਮਾਰ ਲਓ, ਪੁੱਤਾਂ ਵੱਲ ਦੇਖ ਲਓ, ਧੀਆਂ ਵੱਲ ਦੇਖ ਲਓ, ਮਾਂ ਵੱਲ ਦੇਖ ਲਓ, ਪਿਓ ਵੱਲ ਦੇਖ ਲਓ, ਕਿਸੇ ਵੱਲ ਨਜ਼ਰ ਮਾਰ ਲਓ, ਹਰ ਬੰਦੇ ਨੂੰ ਆਪੋ ਆਪਣੀ ਚਿੰਤਾ ਹੈ, ਫਿਕਰ ਹੈ। ਕਿਸੇ ਨੇ ਤੁਹਾਨੂੰ ਦੁੱਖਾਂ ਤੋਂ ਬਾਹਰ ਨਹੀਂ ਕੱਢਣਾ। ਕਿਸੇ ਧਨ ਨੇ, ਦੌਲਤ ਨੇ ਦੁੱਖਾਂ ਤੋਂ ਬਾਹਰ ਨਹੀਂ ਕੱਢਣਾ। ਜਦੋਂ ਉੱਚੇ ਉੱਠੋਗੇ ਤੁਸੀਂ ਆਪਣੇ ਪੈਰਾਂ ਤੇ ਉੱਚੇ ਉੱਠੋਗੇ। ਉਹ ਪੈਰਾਂ ਤੇ ਉੱਚੇ ਉੱਠਣ ਦੀ ਜਾਂਚ ਗੁਰੂ ਨੇ ਦੇਣੀ ਹੈ। ਇਸ ਕਰਕੇ ਉੱਚੇ ਉੱਠਣ ਦਾ ਅਰਥ ਹੁੰਦਾ ਆਪਣੀ ਸੁਰਤ ਨੂੰ ਉੱਚੀਆਂ ਕਰ ਲੈਣਾ, ਆਪਣੀ ਸੁਰਤ ਨੂੰ ਬੁਰਾਈਆਂ ਤੋਂ ਉੱਚੇ ਕਰਕੇ ਨਿਰਲੇਪ ਕਰ ਲੈਣਾ। ਤੇ ਉਸ ਸੁਰਤ ਨੂੰ ਉੱਚੇ ਕਰਨ ਦਾ ਇੱਕੋ ਇੱਕ ਤਰੀਕਾ ਹੈ। ਸਤਿਗੁਰੂ ਜੀ ਦੇ ਬਚਨ ਨੇ ਕਿ ਜਿਉ ਮੰਦਰ ਕੋ ਥੰਮੇ ਥੰਮਨ ਤਿਉ ਗੁਰੂ ਕਾ ਸ਼ਬਦ ਮਨੇ ਅਸਥਮਨ। ਮਨ ਲੋਚੇ ਬੁਰਾਈਆਂ ਗੁਰ ਸ਼ਬਦੀ ਇਹ ਮਨ ਹੋੜੀਏ। ਜਦੋਂ ਮਨ ਬੁਰੇ ਬਣੇ ਜਾਏ, ਗੁਰੂ ਕਾ ਸ਼ਬਦ ਉਹਦੇ ਲਈ ਵੱਡਾ ਆਸਰਾ ਹੈ। ਇਸ ਕਰਕੇ ਬਾਬਾ ਨਾਮਦੇਵ ਸਾਹਿਬ ਜੀ ਕਹਿੰਦੇ ਕਿ ਹੇ ਵਾਹਿਗੁਰੂ ਜੀ, ਮੈਨੂੰ ਗੁਰੂ ਨਾਲ ਮਿਲਾ ਦਿਓ, ਤਾਂ ਕਿ ਗੁਰੂ ਜਿਹੜਾ ਹੈ ਨਾ, ਉਹ ਕਿਰਪਾ ਕਰਕੇ ਮੈਨੂੰ ਐਸ ਚਿੰਤਾ ਤੋਂ ਬਾਹਰ ਕੱਢ ਲੇ। ਗੁਰੂ ਮੈਨੂੰ ਇਹਨਾਂ ਦੁੱਖਾਂ ਤੋਂ, ਮੁਸੀਬਤਾਂ ਤੋਂ, ਵਿਕਾਰਾਂ ਦੀਆਂ ਲਹਿਰਾਂ ਤੋਂ ਬਾਹਰ ਕੱਢ ਲੇ। ਗੁਰੂ ਆਇਆ ਹੀ ਮਨੁੱਖਤਾ ਦੇ ਬੇੜੇ ਤਾਰਨ ਦੇ ਲਈ। ਗੁਰੂ ਦਾ ਇੱਕੋ ਇੱਕ ਮਕਸਦ ਹੈ, ਮਾਫ ਕਰਨਾ, ਆਹ ਜਿਹੜੀਆਂ ਚੀਜ਼ਾਂ ਦੁਕਾਨਾਂ ਤੋਂ ਮਿਲਦੀਆਂ ਨੇ ਉਹ ਦੇਣਾ ਗੁਰੂ ਦਾ ਅਰਥ ਨਹੀਂ ਹੈ। ਆਖੋ ਸਤਨਾਮ। ਅਸੀਂ ਮੰਗਦੇ ਹੀ ਉਹੀ ਕੁਝ ਆ, ਅਸੀਂ ਮੰਗਦੇ ਹੀ ਉਹੀ ਕੁਝ ਆ। ਗੁਰੂ ਦਾ ਅਰਥ ਹੈ ਸਾਨੂੰ ਗਿਆਨ ਦੇਣਾ। ਗੁਰੂ ਦਾ ਅਰਥ ਹੈ ਸਾਨੂੰ ਦੁੱਖਾਂ ਤੋਂ, ਚਿੰਤਾਵਾਂ ਤੋਂ, ਬੁਰਾਈਆਂ ਤੋਂ ਮੁਕਤ ਕਰਨਾ, ਸਾਨੂੰ ਜ਼ਿੰਦਗੀ ਦਾ ਰਸਤਾ ਦਰਸਾਉਣਾ। ਅਸੀਂ ਚੱਲਣਾ ਉਹਦੇ ਤੇ ਆਪਣੇ ਆਪ ਹੀ ਸਾਨੂੰ ਸਫਲਤਾ ਮਿਲਦੀ ਜਾਏਗੀ। ਹੁਣ ਤੁਸੀਂ ਕਹੋ ਕਿ ਮੈਂ ਉੱਥੇ ਅਰਦਾਸ ਕਰਾਂ ਤੇ ਮੇਰਾ ਕੋਈ ਬਾਹਰੀ ਤੌਰ ਤੇ ਕਾਰਜ ਪਦਾਰਥ ਮੈਨੂੰ ਬੈਠਿਆਂ ਮਿਲੇ ਜਾਣ। ਦਰਅਸਲ ਇਹ ਅਸੀਂ ਗੁਰੂ ਦੀ ਮਹਾਨਤਾ ਨੂੰ ਅਜੇ ਸਮਝੇ ਨਹੀਂ। ਗੁਰੂ ਤੇ ਸਾਨੂੰ ਇੰਨਾ ਉੱਚਾ ਉਠਾਉਣਾ ਚਾਹੁੰਦਾ ਹੈ ਕਿ ਤੁਹਾਨੂੰ ਕਿਸੇ ਚੀਜ਼ ਦੀ ਮੁਤਾਜ਼ਗੀ ਨਾ ਰਹਿ ਜਾਏ, ਤੁਹਾਨੂੰ ਕੋਈ ਦੁਨੀਆ ਦਾ ਦੁੱਖ ਪੋ ਹੀ ਨਾ ਸਕੇ। ਸਾਡੀ ਸੁਰਤ ਹੈਗੀ ਐਸ ਬੰਨੇ ਕਿ ਅਸੀਂ ਵਾਰ-ਵਾਰ ਉਹੀ ਚੀਜ਼ ਮੰਗਨੇ ਕਿ ਜਿਹੜੇ ਸਾਨੂੰ ਦੁੱਖਾਂ 'ਚ ਹੀ ਡੋਬੇ। ਅਸੀਂ ਮੰਗਦੇ ਉਹੀ ਕੁਝ ਆ ਜਿਹੜੀ ਦੁੱਖਾਂ ਦਾ ਕਾਰਨ ਬਣੇ। ਤੇ ਇਸ ਕਰਕੇ ਬਾਬਾ ਨਾਮਦੇਵ ਸਾਹਿਬ ਕਹਿੰਦੇ ਕਿ ਮੈਨੂੰ ਗੁਰੂ ਨੂੰ ਮਿਲਾਓ, ਤਾਂ ਕਿ ਗੁਰੂ ਮੈਨੂੰ ਇਹਨਾਂ ਦੁੱਖਾਂ ਤੋਂ, ਵਿਕਾਰਾਂ ਤੋਂ, ਬੁਰਾਈਆਂ ਤੋਂ ਬਾਹਰ ਕੱਢ ਸਕੇ, ਮੇਰੀ ਜ਼ਿੰਦਗੀ ਦਾ ਬੇੜਾ ਬਾਹਰ ਨਿਕਲ ਜਾਏ। ਨਾਮਾ ਕਹੈ ਹੁਣ ਤਰ ਪੀ ਨਾ ਜਾਨੋ। ਹੇ ਵਾਹਿਗੁਰੂ ਜੀ, ਨਾਮਦੇਵ ਤੁਹਾਡੇ ਕੋਲ ਇੱਕ ਬੇਨਤੀ ਕਰਦਾ ਕਿ ਮੈਨੂੰ ਤਰਨਾ ਨਹੀਂ ਆਉਂਦਾ। ਜਿਹੜਾ ਕਹਿੰਦਾ ਨਾ ਕਿ ਤਰਨਾ ਆਉਂਦਾ, ਉਹ ਸਗੋਂ ਡੁੱਬ ਜਾਂਦਾ। ਜ਼ਿਆਦਾ ਤਾਰੂ ਜਿਹੜੇ ਨੇ ਕਈ ਵਾਰੀ ਉਹੀ ਡੁੱਬ ਜਾਂਦੇ ਨੇ। ਇਸ ਕਰਕੇ ਨਾਮਦੇਵ ਸਾਹਿਬ ਜੀ ਕਹਿੰਦੇ ਮੈਨੂੰ ਤਰਨਾ ਨਹੀਂ ਆਉਂਦਾ। ਮੇਰੀ ਬੇਨਤੀ ਹੈ ਕਿ ਮੈਨੂੰ ਗੁਰੂ ਨਾਲ ਮਿਲਾ ਦਿਓ, ਗੁਰੂ ਮੈਨੂੰ ਬਾਹਰ ਕੱਢ ਦੇਵੇ। ਸਤਿਗੁਰੂ ਜੀ ਦੀ ਬਾਣੀ ਕਹਿੰਦੀ ਗੁਰੂ ਹੈ ਜਿਹਨੇ ਤੁਹਾਨੂੰ ਭਉ ਸਾਗਰ ਤੋਂ ਬਾਹਰ ਕੱਢਣਾ, ਚਿੰਤਾਵਾਂ ਤੋਂ, ਦੁੱਖਾਂ ਤੋਂ ਬਾਹਰ ਕੱਢਣਾ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹੋ, ਤੁਹਾਨੂੰ ਵਾਰ-ਵਾਰ ਚਿੰਤਾਵਾਂ ਤੋਂ ਬਾਹਰ ਕੱਢਣ ਦੇ ਲਈ ਹੌਸਲਾ ਦਿੰਦੀ ਹੈ, ਗਿਆਨ ਦਿੰਦੀ ਹੈ।
ਇਹਦੋਂ ਵਧੀਆ ਬਚਨ ਕੀ ਹੋ ਸਕਦੇ? ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਹੈ, ਨਾ ਕਰ ਚਿੰਤ ਚਿੰਤਾ ਹੈ ਕਰਤੇ। ਅਸੀਂ ਚਿੰਤਾ ਨੂੰ ਜੱਫਾ ਮਾਰਿਆ ਹੋਇਆ, ਛੱਡਣਾ ਹੀ ਨਹੀਂ ਚਾਹੁੰਦੇ। ਅਸੀਂ ਕਹਿੰਦੇ ਉਹ ਗੱਲ ਠੀਕ ਹੈ ਪਰ ਆਹ ਤੇ ਇਦਾਂ ਨਹੀਂ ਨਾ ਇਦਾਂ। ਅਸੀਂ ਆਪਣੀ ਗੱਲ ਨੂੰ ਬੰਦਾ ਛੱਡਣਾ ਨਹੀਂ ਚਾਹੁੰਦਾ। ਹਾਲਾਂਕਿ ਗੁਰਬਾਣੀ ਨੇ ਸਾਨੂੰ ਵਾਰ-ਵਾਰ ਗਿਆਨ ਦਿੱਤਾ, ਧੀਰਜ ਦਿੱਤਾ, ਹੌਸਲਾ ਦਿੱਤਾ, ਪਰ ਅਸੀਂ ਗੁਰਬਾਣੀ ਇਸ ਖਿਆਲ ਨਾਲ ਪੜ੍ਹੀਏ ਤੇ ਤਾਂ ਹੈ ਨਾ। ਅਸੀਂ ਤੇ ਪੜ੍ਹਦੇ ਹਾਂ ਕਿ ਆਪਾਂ 31 ਪਾਠ ਕਰਕੇ ਸਾਡੀ ਉਹ ਕਾਮਨਾ ਪੂਰੀ ਹੋ ਜਾਣੀ ਹੈ, 31 ਪਾਠ ਕਰਕੇ ਸਾਨੂੰ ਉਹ ਮਿਲ ਜਾਣਾ, ਇਹੀ ਕੁਝ ਹੈ ਨਾ। ਇਹੀ ਕੁਝ ਦੱਸਿਆ ਜਾਂਦਾ ਸਾਡੇ ਧਾਰਮਿਕ ਲੋਕਾਂ ਵੱਲੋਂ। ਚਲੋ ਪਾਠ ਕਰਨਾ ਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ। ਭਾਗਾਂ ਵਾਲਾ ਬੰਦਾ ਜਿਹੜਾ ਜਿਸ ਤਰ੍ਹਾਂ ਵੀ ਪਾਠ ਕਰਦਾ ਹੈ ਉਹ ਵਡਭਾਗੀ ਹੈ। ਪਰ ਪਾਠ ਕਰਕੇ ਜੇ ਆਪਾਂ ਆਪਣੀ ਸੁਰਤ ਨੂੰ ਉਚੇਟ ਹੋਣੇ, ਬੁਰਾਈਆਂ ਤੋਂ ਮੁਕਤ ਕਰਨਾ, ਤੇ ਉਹਦਾ ਇੱਕੋ ਇੱਕ ਤਰੀਕਾ ਹੈ ਕਿ ਜੋ ਗੁਰੂ ਕੀ ਬਾਣੀ ਸਾਨੂੰ ਮਾਰਗ ਦਰਸਾ ਰਹੀ ਹੈ ਉੱਤੇ ਕੋਈ ਕਦਮ ਪੁੱਟਣ ਦਾ ਯਤਨ ਕਰੀਏ, ਉੱਤੇ ਚੱਲਣ ਦਾ ਯਤਨ ਕਰੀਏ। ਸਤਿਗੁਰੂ ਜੀ ਨੇ ਬਚਨ ਕਿਹਾ ਸੀ ਕਿ ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਵੀ ਜੋ ਗੁਰੂ ਸਾਹਿਬ ਕਹਿ ਰਹੇ ਹੋ ਤੁਹਾਡੇ ਭਲੇ ਲਈ ਕਹਿ ਰਹੇ, ਇਹਨਾਂ ਨੂੰ ਭਲਾ ਜਾਣਨਾ ਕਰੋ। ਸਤ ਵਚਨ ਕਹਿ ਕੇ ਉੱਤੇ ਚੱਲ ਪਓ। ਗੁਰੂ ਸਾਹਿਬ ਕਹਿੰਦੇ ਪ੍ਰਮਾਤਮਾ ਦਾ ਸਿਮਰਨ ਕਰੋ, ਵਾਹਿਗੁਰੂ ਜੀ ਦੀ ਬੰਦਗੀ ਕਰੋ। ਗੁਰੂ ਸਾਹਿਬ ਕਹਿੰਦੇ ਜ਼ਿੰਦਗੀ 'ਚ ਝੂਠ ਨਾ ਬੋਲੋ। ਗੁਰੂ ਸਾਹਿਬ ਕਹਿੰਦੇ ਕਿਸੇ ਦਾ ਹੱਕ ਨਾ ਮਾਰੋ। ਗੁਰੂ ਸਾਹਿਬ ਕਹਿੰਦੇ ਬੇਈਮਾਨੀ ਨਾ ਕਰੋ। ਗੁਰੂ ਸਾਹਿਬ ਜੀ ਕਹਿੰਦੇ ਕਿਸੇ ਦੀ ਨਿੰਦਾ ਕਰੋ ਨਾ, ਕਿਸੇ ਦੀ ਸੁਣੋ ਨਾ। ਗੁਰੂ ਸਾਹਿਬ ਕਹਿੰਦੇ ਕਿਸੇ ਦਾ ਬੁਰਾ ਨਾ ਕਰੋ। ਦੇਖੋ ਇਹਦੋਂ ਵਧੀਆ ਬਚਨ ਕੀ ਹੋ ਸਕਦਾ ਕਿ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ। ਇਹ ਗੁਰੂ ਸਾਹਿਬ ਜੀ ਕਹਿ ਰਹੇ ਨੇ, ਗਰੰਟੀ ਨਾਲ ਕਹਿ ਰਹੇ, ਦੂਜਿਆਂ ਦਾ ਬੁਰਾ ਨਾ ਹੋ ਤੈਨੂੰ ਦੁੱਖ ਹੀ ਨਹੀਂ ਆਏਗਾ। ਅਸੀਂ ਕਹਿੰਦੇ ਇਹ ਤੇ ਗੱਲ ਠੀਕ ਹੈ ਪਰ ਫਲਾਣੇ ਨੇ ਮੇਰੇ ਨਾਲ ਇੱਦਾਂ ਕੀਤਾ, ਮੈਂ ਤੇ ਇੱਦਾਂ ਕਰਾਂਗਾ। ਅਸੀਂ ਸਭ ਕੁਝ ਕਰਦਿਆਂ ਹੋਇਆਂ ਵੀ ਆਪਣੀ ਮਨ ਦੀ ਮਤ ਤੋਂ ਮੁਕਤ ਨਹੀਂ ਹੋਣਾ ਚਾਹੁੰਦੇ। ਇਹੀ ਕਾਰਨ ਹੈ ਕਿ ਅਸੀਂ ਉਸ ਭਉ ਸਾਗਰ ਚੋਂ ਬਾਹਰ ਨਹੀਂ ਨਿਕਲ ਸਕਦੇ, ਚਿੰਤਾਵਾਂ ਤੋਂ ਮੁਕਤ ਨਹੀਂ ਹੋ ਸਕਦੇ। ਬਾਬਾ ਨਾਮਦੇਵ ਸਾਹਿਬ ਜੀ ਕਹਿੰਦੇ ਵਾਹਿਗੁਰੂ ਜੀ ਮੈਂ ਆਪਣੀ ਯਤਨਾਂ ਨਾਲ ਨਹੀਂ ਤਰ ਸਕਦਾ, ਮੈਨੂੰ ਤੇ ਤਰਨਾ ਹੀ ਨਹੀਂ ਆਉਂਦਾ। ਜਦੋਂ ਕਹੇਗਾ ਕਿ ਮੈਂ ਤਰ ਸਕਦਾ ਹਾਂ ਉਦੋਂ ਹੀ ਬੰਦਾ ਡੁੱਬ ਜਾਂਦਾ ਹੈ। ਕਹਿਣ ਲੱਗੇ ਹੋ ਦਿਆਲ ਮੋਕੋ ਬਾਹਾਂ ਦੇ ਬੀਠੁਲਾ। ਇਹ ਪ੍ਰਭੂ ਜੀ ਵਾਹਿਗੁਰੂ ਜੀ ਤੁਸੀਂ ਕਿਰਪਾ ਕਰਕੇ ਮੈਨੂੰ ਆਪਣੀ ਬਾਂਹ ਫੜਾ ਦਿਓ, ਮੈਨੂੰ ਇਸ ਭਉ ਸਾਗਰ ਤੋਂ ਬਾਹਰ ਕੱਢ ਲਓ। ਭਗਤ ਨਾਮਦੇਵ ਜੀ ਨੇ ਇਸ ਪਵਿੱਤਰ ਮੁਖ ਵਾਕ ਰਾਹੀਂ ਸੰਸਾਰ ਨੂੰ ਸਮੁੰਦਰ ਦੱਸਦਿਆਂ ਹੋਇਆਂ ਕਿ ਸਾਡੀ ਜਿਹੜੀ ਜ਼ਿੰਦਗੀ ਦੀ ਬੇੜੀ ਹੈ ਇਹ ਤੇ ਲਹਿਰਾਂ 'ਚ ਘਿਰੀ ਹੋਈ ਹੈ, ਇਹ ਸਮੁੰਦਰ ਦੇ ਅੰਦਰ ਫਸੀ ਹੋਈ ਹੈ, ਇਹਦੇ 'ਚੋਂ ਅਸੀਂ ਆਪ ਨਹੀਂ ਨਿਕਲ ਸਕਦੇ। ਉਹਦੇ 'ਚੋਂ ਨਿਕਲਣ ਦਾ ਇੱਕੋ ਇੱਕ ਸਾਧਨ ਹੈ। ਸਾਹਿਬ ਜੀ ਕਹਿੰਦੇ ਅਰਦਾਸ ਕਰੀਏ ਕਿ ਵਾਹਿਗੁਰੂ ਜੀ ਸਾਨੂੰ ਗੁਰੂ ਨਾਲ ਮਿਲਾ ਦਿਓ, ਗੁਰੂ ਕੀ ਮਤ ਸਾਡੇ ਹਿਰਦੇ 'ਚ ਵਸੇ। ਸਤਿਗੁਰੂ ਜੀ ਨੇ ਕਿਹਾ ਸੀ ਗੁਰ ਕੀ ਮਤ ਤੂੰ ਲੈ ਇਆਨੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਬੰਦਿਆ ਤੂੰ ਜਿੰਨਾ ਮਰਜ਼ੀ ਪੜ੍ਹ ਜਾਏ ਲਿਖ ਜਾਏ ਤੂੰ ਫਿਰ ਵੀ ਨਿਆਣਾ ਹੀ ਹੈ, ਤੂੰ ਹੋਛਾ ਹੀ ਹੈ। ਭਗਤੀ ਤੋਂ ਬਿਨਾਂ ਵੱਡੇ ਵੱਡੇ ਸਿਆਣੇ ਇਸ ਭਉ ਸਾਗਰ ਅੰਦਰ ਡੁੱਬ ਗਏ। ਗੁਰਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਗਿਣਤੀ ਕਰਕੇ ਦੱਸਿਆ ਕਿ ਕਿਹੜੇ ਕਿਹੜੇ ਡੁੱਬ ਗਏ ਨੇ। ਇਸ ਭਉ ਸਾਗਰ ਤੋਂ ਪਾਰ ਉਤਰਨ ਦਾ ਤਰੀਕਾ ਇਹ ਹੈ। ਗੁਰਬਾਣੀ ਕਹਿੰਦੀ ਸਤਿਗੁਰੂ ਹੈ ਬੋਹੇ ਥਾ, ਵਿਰਲੇ ਕਿਨੇ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ। ਕਿਸੇ ਵਿਰਲੇ ਬੰਦੇ ਨੂੰ ਪਤਾ ਲੱਗਾ ਕਿ ਗੁਰੂ ਜਹਾਜ਼ ਹੈ, ਗੁਰੂ ਦੇ ਉੱਪਰ ਬੈਠ ਕੇ ਅਸੀਂ ਬਾਹਰ ਨਿਕਲਣਾ ਹੈ। ਗੁਰੂ ਜਹਾਜ਼ ਕੀ, ਗੁਰੂ ਦੀ ਮੱਤ। ਗੁਰੂ ਕੀ ਹੈ? ਗੁਰੂ ਕਾ ਸ਼ਬਦ। ਗੁਰੂ ਕੇ ਸ਼ਬਦ ਵਿੱਚ ਸਾਡੀ ਸੁਰ ਜਦੋਂ ਚੜ੍ਹ ਜਾਏਗੀ, ਇਵੇਂ ਕਹਿ ਲਓ ਕਿ ਸ਼ਬਦ ਸੁਰ ਦਾ ਸੁਮੇਲ ਹੋ ਜਾਏਗਾ। ਜੋ ਗੱਲ ਬਾਬਾ ਨਾਨਕ ਜੀ ਨੇ ਸਿੱਧਾਂ ਨੂੰ ਕਹੀ ਸੀ ਕਿ ਸੁਰਤ ਨੂੰ ਸ਼ਬਦ ਰਾਹੀਂ ਪ੍ਰਮਾਤਮਾ ਦੇ ਨਾਲ ਜੋੜੋ। ਸ਼ਬਦ ਸੁਰਤ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣੀ ਦਾ ਅਰਥ ਹੈ ਕਿ ਗੁਰੂ ਕੇ ਸ਼ਬਦ ਰਾਹੀਂ ਆਪਣੀ ਸੁਰਤ ਨੂੰ ਨਾਮ ਵਿੱਚ ਜੋੜੋ, ਨਾਮ ਨੂੰ ਜਪੋ, ਤਾਂ ਤੁਸੀਂ ਭਉ ਸਾਗਰ ਨੂੰ ਪਾਰ ਕਰ ਸਕਦੇ, ਤਾਂ ਤੁਸੀਂ ਭਉ ਤੋਂ ਮੁਕਤ ਹੋ ਸਕਦੇ ਹੋ। ਬਾਬਾ ਨਾਮਦੇਵ ਸਾਹਿਬ ਜੀ ਨੇ ਵੀ ਇਹੀ ਅਰਦਾਸ ਕਰਦਿਆਂ ਸਾਨੂੰ ਸੇਧ ਦਿੱਤੀ ਹੈ ਵੀ ਸੰਸਾਰ ਸਮੁੰਦਰ 'ਚ ਜਿਹੜੀਆਂ ਲਹਿਰਾਂ ਉੱਠ ਰਹੀਆਂ ਨੇ, ਝੱਖੜ ਝੁੱਲ ਰਹੇ ਨੇ, ਜਿਹਦੇ 'ਚ ਆਪਾਂ ਦੇਖਦੇ ਜ਼ਿਆਦਾਤਰ ਬੇੜੀਆਂ ਡੁੱਬਦੀਆਂ ਨੇ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਪੜ੍ਹਦੇ ਤਿਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕਜ ਮੋਹ ਪੱਗ ਨਹੀਂ ਚਾਲੇ, ਹਮ ਦੇਖਾ ਤੈ ਡੂਬੀ ਅਲੇ। ਇੱਥੇ ਤਾਂ ਮੋਹ ਦਾ ਚਿੱਕੜ ਹੈ, ਇੱਥੇ ਤਾਂ ਮੋਹ ਮਾਇਆ ਦਾ ਪਾਣੀ ਹੈ, ਮਾਇਆ ਦਾ ਪਾਣੀ ਮੋਹ ਦਾ ਚਿੱਕੜ ਹੈ, ਇੱਥੇ ਤੇ ਅੱਗ ਹੈ। ਇਸ ਦੇਖੋ ਇੱਕ ਸਮੁੰਦਰ 'ਚ ਪਾਣੀ ਹੁੰਦਾ ਪਰ ਇਸ ਸਮੁੰਦਰ ਦੇ ਅੰਦਰ ਅੱਗ ਵੀ ਹੈ, ਚਿੱਕੜ ਵੀ ਹੈ। ਇੱਥੋਂ ਤੇ ਵਿਰਲਾ ਵਿਰਲਾ ਕੋ ਪਾਰ ਨਿਕਲਦਾ ਹੈ, ਨਹੀਂ ਤੇ ਹਮ ਦੇਖਾ ਤੈ ਡੂਬੀ ਅਲੇ। ਜ਼ਿਆਦਾਤਰ ਤਾਂ ਡੁੱਬਦੇ ਜਾ ਰਹੇ ਨੇ। ਸਤਿਗੁਰੂ ਜੀ ਕਹਿੰਦੇ ਕਿ ਇੱਥੋਂ ਨਿਕਲਣਾ ਆਪਣੀ ਸਿਆਣਪ ਦੀ ਗੱਲ ਨਹੀਂ। ਸਿਆਣੇ ਕਹਿੰਦੇ ਨੇ ਕੋਈ ਬੰਦਾ ਫਸ ਗਿਆ ਹੋਏ ਨਾ ਕਿਸੇ ਦਲਦਲ ਦੇ ਅੰਦਰ, ਆਪਣੇ ਯਤਨ ਨਾਲ ਨਹੀਂ ਨਿਕਲ ਸਕਦਾ। ਇਹ ਆ ਵੀ ਉਹ ਰੌਲਾ ਰੱਪਾ ਪਾਏ, ਕੋਈ ਉਹਦੀ ਆਵਾਜ਼ ਸੁਣ ਕੇ ਉਹਨੂੰ ਕੱਢ ਲੇ ਤੇ ਕੱਢ ਲੇ।
ਬਿਲਕੁਲ ਅਸੀਂ ਜਿਸ ਦਲਦਲ ਵਿੱਚ ਫਸੇ ਹਾਂ, ਭਉ ਸਾਗਰ 'ਚ ਫਸੇ ਹਾਂ, ਚਿੰਤਾ 'ਚ ਫਸੇ ਹਾਂ, ਆਪਣੀਆਂ ਸਿਆਣਪਾਂ ਨਾਲ ਨਹੀਂ ਨਿਕਲ ਸਕਦੇ। ਇੱਥੋਂ ਨਿਕਲਣ ਦਾ ਤੇ ਇੱਕੋ ਇੱਕ ਤਰੀਕਾ ਹੈ, ਬਾਬਾ ਨਾਮਦੇਵ ਸਾਹਿਬ ਜੀ ਨੇ ਜੋ ਸਾਨੂੰ ਗਿਆਨ ਦਿੱਤਾ ਹੈ, ਉਧਰ ਅਸੀਂ ਅਰਦਾਸ ਕਰਿਆ ਕਰੀਏ ਕਿ ਵਾਹਿਗੁਰੂ ਜੀਓ ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ। ਇਹ ਵਾਹਿਗੁਰੂ ਜੀ ਮੈਂ ਨਾਮਾ ਕਹੇ ਹੋ ਤਰ ਵੀ ਨਾ ਜਾਣੋ, ਮੋਕੋ ਬਾਹਾਂ ਦੇ ਬੀਠਲਾ। ਇਹ ਵਾਹਿਗੁਰੂ ਜੀ ਤੁਸੀਂ ਕਿਰਪਾ ਕਰਕੇ, ਇੱਕ ਥਾਂ ਤੇ ਭਗਤ ਜੀ ਨੇ ਹੋਰ ਬਚਨ ਕਿ ਮੈਂ ਅਜਾਨ ਜਨ ਤਰਵੇ ਨਾ ਜਾਣੋ। ਇਹ ਵਾਹਿਗੁਰੂ ਜੀ ਮੈਂ ਅਣਜਾਣ ਹਾਂ, ਮੈਨੂੰ ਤੇ ਤਰਨਾ ਹੀ ਨਹੀਂ ਆਉਂਦਾ, ਤੁਸੀਂ ਆਪ ਕਿਰਪਾ ਕਰਕੇ ਮੈਨੂੰ ਉਸ ਭਵ ਸਾਗਰ ਤੋਂ ਬਾਹਰ ਕੱਢ ਲਓ। ਸਤਿਗੁਰੂ ਜੀ ਨੇ ਗੁਰਬਾਣੀ 'ਚ ਬੇਅੰਤ ਥਾਵਾਂ ਤੇ ਇਸ ਸੰਸਾਰ ਨੂੰ ਸਮੁੰਦਰ ਦੇ ਨਾਲ ਤੁਲਨਾ ਦਿੱਤੀ ਹੈ। ਉਹ ਸਮੁੰਦਰ ਸਾਡੇ ਅੰਦਰ ਹੈ ਚਿੰਤਾਵਾਂ ਦਾ, ਉਹ ਸਮੁੰਦਰ ਸਾਡੇ ਅੰਦਰ ਹੈ ਔਗਣਾਂ ਦਾ, ਬੁਰਾਈਆਂ ਦਾ, ਵਿਕਾਰਾਂ ਦਾ, ਜਿਹਦੇ 'ਚ ਅਸੀਂ ਨਿੱਤ ਹਮੇਸ਼ਾ ਡੱਕੋ ਡੋਲੇ ਖਾਂਦੇ ਰਹਿੰਦੇ, ਸਹਿਮ ਵਿੱਚ ਪਏ ਰਹਿੰਦੇ ਹਾਂ। ਉਹਦੇ 'ਚੋਂ ਨਿਕਲਣ ਦੇ ਲਈ ਸਭ ਤੋਂ ਵੱਡਾ ਆਸਰਾ ਹੈ ਗੁਰੂ ਕਾ ਸ਼ਬਦ, ਗੁਰੂ ਕੀ ਮੱਤ। ਬਾਬਾ ਨਾਮਦੇਵ ਜੀ ਨੇ ਵੀ ਵਾਹਿਗੁਰੂ ਜੀ ਦੇ ਕੋਲੋਂ ਇਹੀ ਯਾਚਨਾ ਕੀਤੀ ਕਿ ਮੈਨੂੰ ਗੁਰੂ ਨਾਲ ਮਿਲਾ ਦਿਓ। ਗੁਰੂ ਦੀ ਮੱਤ ਦੇ ਰਾਹੀਂ ਅਸੀਂ ਇਹਨਾਂ ਚਿੰਤਾਵਾਂ ਤੋਂ, ਭਉ ਸਾਗਰ ਤੋਂ ਮੁਕਤ ਹੋ ਸਕੀਏ, ਜ਼ਿੰਦਗੀ ਦਾ ਆਨੰਦ ਮਾਣ ਸਕੀਏ। ਦੇਖੋ ਮੁਰਗਾਬੀ ਸਮੁੰਦਰ 'ਚ ਹੀ ਮੌਜ ਮਾਣ ਰਹੀ ਹੈ, ਕਮਲ ਚਿੱਕੜ 'ਚੋਂ ਉੱਚਾ ਉੱਠ ਕੇ ਪਾਣੀ ਦੇ ਵਿੱਚ ਹੀ ਲਹਿਲਾ ਰਿਹਾ ਹੈ, ਖੇੜਾ ਮਾਣ ਰਿਹਾ ਹੈ। ਗੁਰੂ ਬਾਬਾ ਜੀ ਇਹੋ ਜਿਹੀ ਜ਼ਿੰਦਗੀ ਸਾਨੂੰ ਦੇਣਾ ਚਾਹੁੰਦੇ ਨੇ ਕਿ ਇਸ ਸੰਸਾਰ ਦੇ ਅੰਦਰ ਹਰ ਚੀਜ਼ ਨੂੰ ਮਾਣਦੇ ਅਸੀਂ ਆਨੰਦ ਨੂੰ ਮਾਣੀਏ। ਸਾਨੂੰ ਇਹ ਨਾ ਕਹਿਣਾ ਵੀ ਇਹ ਚੀਜ਼ ਕਰਕੇ ਦੁਖੀ ਐ, ਇਹਦੇ ਕਰਕੇ ਦੁਖੀ ਐ, ਉੱਥੋਂ ਸੁੱਖ ਮਿਲੇਗਾ। ਇੱਥੇ ਸਾਨੂੰ ਇੱਕੋ ਇੱਕ ਚੀਜ਼ ਨਜ਼ਰ ਆਏ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜੋ ਕੁਝ ਪ੍ਰਮਾਤਮਾ ਨੇ ਬਣਾਇਆ ਬਹੁਤ ਵਧੀਆ ਹੈ। ਜਦੋਂ ਅਸੀਂ ਕਿਸੇ ਵੀ ਚੀਜ਼ ਤੇ ਕਿੰਤੂ ਪਰੰਤੂ ਕਰਦੇ ਹਾਂ, ਇਹਦਾ ਮਤਲਬ ਕਿ ਪ੍ਰਮਾਤਮਾ ਨੇ ਗਲਤ ਬਣਾਇਆ, ਅਸੀਂ ਪ੍ਰਮਾਤਮਾ ਨਾਲੋਂ ਸਿਆਣੇ ਹੋ ਗਏ। ਇਹ ਸਿਆਣਪਾਂ ਹੀ ਤੇ ਸਾਡੀ ਡੁੱਬਣ ਦਾ ਕਾਰਨ ਹੈ। ਗੁਰਬਾਣੀ ਕਹਿੰਦੀ ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ। ਸਿਆਣਪਾਂ ਨੂੰ ਛੱਡ ਦਿਓ, ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਇਹ ਸਿਆਣਪਾਂ ਸਾਥ ਨਹੀਂ ਦਿੰਦੀਆਂ। ਇੱਥੇ ਦੇ ਗੁਰੂ ਦੇ ਦਰ ਤੇ ਆ ਕੇ ਆਪਾਂ ਗਿਆਨ ਮੰਗਣਾ, ਰਹਿਮਤ ਮੰਗਣੀ, ਸੋਝੀ ਮੰਗਣੀ ਹੈ। ਬਸ ਜਦੋਂ ਗੁਰੂ ਦੀ ਬਖਸ਼ਿਸ਼ ਹੋ ਗਈ, ਸਤਿਗੁਰੂ ਆਪ ਹੀ ਸਾਨੂੰ ਬਾਹੋਂ ਫੜ ਕੇ ਪਾਰ ਕਰ ਦੇਣਗੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਹ ਪਾਵਨ ਪਵਿੱਤਰ ਬਚਨ ਸਾਡੇ ਹਿਰਦੇ 'ਚ ਵਸਣ, ਤਾਂ ਕਿ ਅਸੀਂ ਗੁਰਬਾਣੀ ਨਾਲ ਜੁੜ ਕੇ, ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਇਸ ਸੰਸਾਰ ਸਮੁੰਦਰ ਨੂੰ, ਜਿਹਨੂੰ ਲੋਕਾਂ ਨੇ ਕਿਹਾ ਸੀ ਡੁੱਬਣ ਦਾ ਕਾਰਨ ਹੈ, ਜਿੱਥੇ ਦੁਨੀਆ ਡੁੱਬ ਰਹੀ ਹੈ, ਇਸ ਸਮੁੰਦਰ ਦੀ ਵਡਿਆਈ ਕਰਦੇ ਆ। ਸਤਿਗੁਰੂ ਜੀ ਨੇ ਇਹ ਵੀ ਗੱਲ ਕਹੀ ਹੈ ਕਿ ਸਮੁੰਦਰ ਰਤਨਾਂ ਨਾਲ ਭਰਿਆ ਪਿਆ, ਇੱਥੇ ਬੜੇ ਬੜੇ ਅਮੋਲ ਹੀਰੇ ਰਤਨ ਜਵਾਹਰ ਨੇ। ਅਸੀਂ ਉਹਨਾਂ ਹੀਰੇ ਰਤਨਾਂ ਜਵਾਹਰਾਂ ਨੂੰ ਮਾਣ ਸਕੀਏ। ਇਹ ਤਾਂ ਹੀ ਜਾਚ ਆਏਗੀ ਜੇ ਆਪਾਂ ਗੁਰੂ ਦੇ ਦੱਸੇ ਮਾਰਗ ਤੇ ਚੱਲਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ ਜੀਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮੂਹ ਸੰਗਤ ਨੂੰ ਆਪਣੇ ਦਰੋਂ ਕਰੁਣਾ ਬਾਣੀ ਦਾ ਪਿਆਰ ਬਖਸ਼ ਕੇ ਕਰਤਾਰਥ ਕਰਨ, ਚਰਨ ਕਮਲਾਂ ਦੀ ਪ੍ਰੀਤ ਬਖਸ਼ਣ ਜੀ। ਪਿਆਰ ਸਤ ਸਾਰੇ ਹੀ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।